ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਗਤ ਜਨ ਇਹ ਸੁਣ ਕੇ ਕਿ ਸ਼ਬਦ ਨਾਲ ਮੈਲ ਉਤਰਦੀ ਹੈ ਪ੍ਰਸੰਨ ਹੋਏ। ਉਹਨਾਂ ਦੇ ਅੰਦਰ ਜਦੋਂ ਉਹਨਾਂ ਨੇ ਆਪਣੇ ਪ੍ਰਸ਼ਨ ਕੀਤੇ ਸਨ, ਕੋਈ ਪੁੱਛ ਸੀ ਕਿ ਸਤਿਗੁਰੂ ਜੀ ਦਾ ਪਰਤਾਵਾ ਲੈਣਾ ਸੀ। ਇਹ ਗੱਲ ਉਹੀ ਜਾਣਨ ਕਿਉਂਕਿ ਐਸੇ ਪ੍ਰਸ਼ਨ ਉਹਨਾਂ ਆਪਣੇ ਗ੍ਰੰਥਾਂ ਵਿੱਚ ਪੜ੍ਹੇ ਸੁਣੇ ਹੋਏ ਸਨ, ਪਰ ਜੋ ਉੱਤਰ ਮਿਲਿਆ ਸੋ ਬਹੁਤ ਉੱਚਾ ਸੀ, ਜਿਸ ਵਿੱਚ ਸਮਝ ਦੇ ਪਹਿਲੂ ਤੋਂ ਉਹਨਾਂ ਦਾ ਘਰ ਪੂਰਾ ਹੋ ਗਿਆ ਸੀ। ਪਰ ਸ਼ਬਦ ਦਾਰੂ ਹੈ ਅਤ੍ਰਿਪਤੀ ਤੇ ਅਮੁਕਤੀ ਦਾ। ਇਹ ਗੱਲ ਸੁਣ ਕੇ ਉਹਨਾਂ ਨੂੰ ਆਪਣੇ ਨਾਚ ਰੰਗ ਦੀ ਵਿਸ਼ੇਸ਼ ਵਿਧੀ ਭਾਸ ਆਈ, ਜੋ ਉਹਨਾਂ ਵਿੱਚ ਇੱਕ ਖੇਲ ਮਾਤਰ ਰਹਿ ਗਿਆ ਹੋਇਆ ਸੀ। ਸੋ ਉਹਨਾਂ ਨੇ ਨਿਰਸੰਸ਼ੇ ਹੋਣ ਲਈ ਪ੍ਰਸ਼ਨ ਕੀਤਾ, ਹੇ ਗੁਰੂ ਜੀ, ਆਪ ਦਾ ਵਾਕ ਸੱਤ ਹੈ। ਆਪ ਨੇ ਇੱਛਾ ਨੂੰ ਜੋ ਹੋ ਤੋਂ ਉਪਜਦੀ ਦੱਸਿਆ ਹੈ, ਬਹੁਤ ਉੱਚਾ ਵਿਚਾਰ ਹੈ। ਜੋ ਦਾਰੂ ਆਪ ਨੇ ਸ਼ਬਦ ਦੱਸਿਆ ਹੈ, ਸੋ ਤਾਂ ਸਾਡੇ ਵਿੱਚ ਗੀਤ ਨਾਦ ਤੇ ਨਾਚ ਦੇ ਰੂਪ ਵਿੱਚ ਪ੍ਰਵਿਰਤ ਹੈ ਹੀ। ਇਸ ਤੋਂ ਛੁੱਟ ਕੋਈ ਹੋਰ ਕਰਨੀ ਕ੍ਰਿਤ ਤਾਂ ਆਪ ਦੇ ਮਾਰਗ ਵਿੱਚ ਪ੍ਰਮਾਣ ਨਹੀਂ ਹੈ। ਇਹ ਸੁਣ ਕੇ ਰਸਕ ਬੈਰਾਗੀ ਗੁਰੂ ਨਾਨਕ ਜੀ ਬੋਲੇ, ਸੁਣੋ ਭਾਈ ਭਗਤ ਜਨੋ, ਜਿਨ੍ਹਾਂ ਕਰਮਾਂ ਕਰਕੇ ਤ੍ਰੈ ਗੁਣਾ ਦੀ ਉਤਪਤੀ ਹੋਈ, ਉਹ ਕਰਮ ਨਿਰੰਕਾਰ ਕਰਤਾਰ ਪੁਰਖ ਤੋਂ ਦੂਰ ਲੈ ਜਾਂਦੇ ਹਨ। ਸੋ ਤ੍ਰੈ ਗੁਣਾ ਕਰਕੇ ਜੀਵ ਉਪਜਦੇ ਬਿਨਸਦੇ ਰਹਿੰਦੇ ਹੁੰਦੇ ਹੋਏ। ਜਿਨ੍ਹਾਂ ਗੀਤਾਂ ਦੇ ਗਾਇਨ ਦਾ, ਜਿਨ੍ਹਾਂ ਅਲਾਪ ਆਦਿ ਨਾਦਾਂ ਦੇ ਅਲਾਪਨ ਦਾ, ਜਿਨ੍ਹਾਂ ਤਾਲ ਸੰਯੁਕਤ ਨਾਚ ਨ੍ਰਿਤ ਦਾ ਤੁਸੀਂ ਇਸ਼ਾਰਾ ਸ਼ਬਦ ਕਰਕੇ ਕਰ ਰਹੇ ਹੋ, ਉਹ ਜੇ ਤਿੰਨਾਂ ਗੁਣਾਂ ਵਿੱਚ ਪਰਿਵਰਤ ਕਰਦੇ ਹਨ ਤਾਂ ਉਹ ਵੀ ਕੂੜੇ ਹਨ, ਕਿਉਂ ਜੋ ਦੁਏਤ ਵਿੱਚ ਹਨ। ਨਿਰੰਕਾਰ ਨਾਲ ਦੁਤੀਆ ਭਾਵ ਜੋ ਜੀਵ ਦੇ ਅੰਦਰ ਵਿਆਪ ਰਿਹਾ ਹੈ, ਉਹ ਖੋਟੀ ਮਤੀ ਹੈ, ਉਹ ਅਗਿਆਨ ਹੈ। ਅਗਿਆਨ ਜਿੱਥੇ ਹੈ ਪੀੜਾ ਹੈ। ਸਭ ਦੁੱਖਾਂ ਦਾ, ਸਭ ਪੀੜਾ ਦਾ ਮੂਲ ਅਗਿਆਨ ਹੈ, ਜੋ ਸਾਈਂ ਨਾਲ ਦੁਏਤ ਪਾਈ ਰੱਖਦਾ ਹੈ। ਦੁਐਤ ਨਾਚ ਮਾਤਰ ਨਾਲ, ਗਾਇਨ ਗੀਤ ਮਾਤਰ ਨਾਲ, ਨਾਦ ਮਾਤਰ ਨਾਲ ਦੂਰ ਨਹੀਂ ਹੁੰਦੀ, ਉਹ ਗਿਆਨ ਨਾਲ ਦੂਰ ਹੁੰਦੀ ਹੈ। ਤੇ ਗਿਆਨ ਤੇ ਸਫਲ ਗਿਆਨ ਮਨ ਦੇ ਜਾਣਨ ਮਾਤਰ ਨਾਲ ਨਹੀਂ, ਪਰ ਕਰਤਾਰ ਦੇ ਗੁਣ ਗਾਇਨ ਨਾਲ ਤੇ ਉਸ ਨਾਲ ਸੱਚਮੁੱਚ ਜਾ ਮਿਲਣ ਨਾਲ ਪ੍ਰਾਪਤ ਹੁੰਦਾ ਹੈ। ਜੋ ਮੁੱਢ ਦਾਰੂ ਇਸ ਦੁਰਮਤ ਰੂਪੀ ਰੋਗ ਦਾ ਗੁਣ ਗਾਇਨ ਹੈ, ਪਰ ਉਹ ਗੁਰਮੁਖ ਦੁਆਰਾ ਹੈ, ਜੋ ਇਹ ਗੱਲ ਸਦਾ ਸੁਝਾਈ ਰੱਖੇ ਕਿ ਗਾਇਨ ਤੇ ਨ੍ਰਿਤ ਕਰਨੇ ਦਾਰੂ ਨਹੀਂ, ਪਰ ਨਿਰੰਕਾਰ ਦੇ ਗੁਣ ਗਾਇਨ ਦਾਰੂ ਹੈ। ਜਦੋਂ ਜੀਵ ਦੇ ਮਨ ਵਿੱਚ ਸੇਧ ਨਿਰੰਕਾਰ ਦੀ ਹੋਵੇ, ਸ਼ਰਧਾ ਉਸ ਪਰ ਹੋਵੇ, ਪ੍ਰਾਪਤੀ ਦੀ ਭੁੱਖ ਹੋਵੇ, ਮਿਲਣ ਦੀ ਸਿੱਖ ਹੋਵੇ ਤੇ ਉਸ ਦੇ ਗੁਣ ਗਾਵੇ, ਤਾਂ ਮਨ ਦੀ ਮੈਲ ਉਤਰਦੀ ਹੈ, ਦੁਰਮਤੀ ਦਾ ਖੋਟ ਦੂਰ ਹੁੰਦਾ ਹੈ। ਉਹ ਫਿਰ ਸ਼ੁੱਧ ਹੋ ਕੇ ਪਤੀ ਪਰਮੇਸ਼ਰ ਨੂੰ ਲੱਖਾ ਦੇਣ ਵਾਲੀ ਸ਼ੁੱਧ ਬੁੱਧੀ ਬਣਦੀ ਹੈ। ਉਹ ਗਿਆਨ ਸਫਲ ਗਿਆਨ ਬਣਦੀ ਹੈ। ਹੇ ਭਗਤ ਜਨੋ, ਵਿਚਾਰ ਦੀ ਬਾਤ ਹੈ ਕਿ ਜਿਵੇਂ ਜਗਤ ਦੇ ਮਾਇਆਵੀ ਜੀਵ ਨਿਰੇ ਭੋਗਾਂ ਦੀ ਪ੍ਰਵਿਰਤੀ ਵਿੱਚ ਹਨ, ਤਿਵੇਂ ਜੋ ਦੁਰਮਤੀ ਨੂੰ ਉੱਜਲ ਨਹੀਂ ਕਰਦੇ ਪਰ ਲੱਗੇ ਪਰਮਾਰਥ ਵੱਲ ਹਨ, ਉਹ ਵੀ ਮਾਇਆ ਵਿੱਚ ਹੀ ਹਨ, ਕਿਉਂਕਿ ਉਹ ਤ੍ਰਿਹਾਂ ਗੁਣਾਂ ਵਿੱਚ ਖੇਲ ਰਹੇ ਹਨ। ਤਿੰਨਾਂ ਗੁਣਾਂ ਤੋਂ ਉੱਪਰ ਤੁਰਿਆ ਵਿੱਚ ਉਹ ਵੀ ਨਹੀਂ ਜਾਂਦੇ, ਇਸ ਕਰਕੇ ਉਹ ਵੀ ਪੀੜਾ ਵਿੱਚ ਹਨ। ਇਹ ਸੁਣ ਕੇ ਭਗਤਾਂ ਦੇ ਦਿਲ ਘਾਟ ਪਈ, ਕਿਉਂਕਿ ਧੋਤੀਆਂ, ਤਿਲਕ, ਨ੍ਰਿਤ, ਰਾਗ ਆਦਿ ਕਰਤੱਵ ਐਵੇਂ ਭੇਖ ਮਾਤਰ ਕਰਦੇ ਕਰਦੇ ਉਹ ਅਜੇ ਕੋਈ ਦਿਲ ਪੀੜਾ ਰੱਖਦੇ ਸਨ, ਜੋ ਦਾਤਾ ਗੁਰੂ ਜੀ ਪਾਸ ਪੁੱਛਣ ਆਏ ਸਨ। ਗੁਰੂ ਜੀ ਵੀ ਰਸੀਏ ਬੈਰਾਗੀ ਤੇ ਘੋਤਕੀ ਸਨ। ਆਪਣੇ ਵਾਕਾਂ ਦੀ ਲੜੀ ਨੂੰ ਲਈ ਗਏ ਤੇ ਉਹਨਾਂ ਦੇ ਜੀਵਨ ਗਣੀ ਤੋਂ ਖਾਲੀ ਗੀਤ ਰਾਗ ਦਾ ਆਲਾਪ ਦੱਸਦੇ ਹੋਏ ਉਹਨਾਂ ਦੇ ਵੇਸ ਵੱਲ ਝੁਕ ਪਏ ਤੇ ਆਖਣ ਲੱਗੇ, ਭਾਈ ਭਗਤ ਜਨੋ, ਬੁੱਧੀ ਉਜਲ ਹੋਵੇ ਤਾਂ ਪੀੜਾ ਕੱਟੀ ਦੀ ਹੈ। ਖੁੰਭ ਵਰਗੀ ਚਿੱਟੀ ਉਜਲ ਧੋਤੀ ਪਹਿਨੀ ਹੋਈ ਉਜਲ ਬੁੱਧੀ ਦਾ ਕੰਮ ਨਹੀਂ ਦੇ ਸਕਦੀ। ਮਨ ਵਿੱਚ ਨਾਮ ਦੀ ਕਣੀ ਹੋਵੇ ਤਾਂ ਮੱਥੇ ਤੇ ਉਜਲਤਾ ਦਾ ਤਿਲਕ ਨਿਕਲਦਾ ਹੈ। ਇਹ ਤਿਲਕ ਬਾਹਰੋਂ ਨਹੀਂ ਲਈਦਾ, ਅੰਦਰੋਂ ਨਿਕਲਦਾ ਹੈ। ਮੱਥੇ ਤੇ ਆਪ ਲਾਇਆ ਚੰਦਨ ਕੇ ਕੇਸਰ ਦਾ ਟਿੱਕਾ ਉਹ ਕੰਮ ਨਹੀਂ ਸਾਰ ਸਕਦਾ। ਸੋ ਮੂਲ ਹੈ ਨਾਮ, ਉਹ ਸਿਮਰਨ ਹੈ ਤੇ ਉਹੀ ਸਿਮਰਨੀ ਹੈ। ਤੁਹਾਡੇ ਗਲ ਵਿੱਚ ਪਾਈ ਤੁਲਸੀ ਕੇ ਰੁਦਰਾਖ ਦੀ ਮਾਲਾ ਸਿਮਰਨ ਰੂਪ ਸਿਮਰਨੀ ਨਹੀਂ ਹੈ, ਕਿਉਂਕਿ ਦੇਖੀਦਾ ਹੈ ਕਿ ਜਿਨ੍ਹਾਂ ਨੇ ਨਾਮ ਵਿਹੂਣ ਇਹ ਧਾਰਨ ਕੀਤੀਆਂ ਹੋਈਆਂ ਹਨ, ਉਹਨਾਂ ਦੇ ਅੰਦਰ ਚੰਡਾਲ ਕ੍ਰੋਧ ਵਸਦਾ ਹੈ। ਦੱਸੋ ਬਾਹਰ ਦਾ ਸੁੱਚਮ ਉਹਨਾਂ ਦਾ ਕੀ ਸਾਰੇਗੀ। ਜੇ ਕਹੋ ਕਿ ਉਹ ਰਾਮਾਇਣ ਕੇ ਸਹਸਰਨਾਮਾ ਪੜ੍ਹ ਰਹੇ ਹਨ ਤੇ ਸਾਧੂਆਂ ਦੇ ਡੇਰਿਆਂ ਵਿੱਚ ਵਿੱਦਿਆ ਪਾ ਰਹੇ ਹਨ, ਤਾਂ ਐਸੇ ਪੜ੍ਹਨੇ ਤੇ ਸਿੱਖਣੇ ਦਾ ਮੁੱਲ ਕੀ ਹੈ। ਉਹ ਜੋ ਨੱਟਾਂ ਦੀਆਂ ਸ਼ਾਲਾਂ ਵਿੱਚ ਜਾ ਕੇ ਨੱਟ ਵਿੱਦਿਆ ਸਿੱਖਣ ਦਾ ਮੁੱਲ ਹੈ। ਨੱਟ ਵਿੱਦਿਆ ਪਾ ਕੇ ਮਾਇਆ ਹਿਤ ਖੇਲਾਂ ਪਾਉਂਦੇ ਹਨ, ਸੋ ਉਹ ਵੀ ਇੱਕ ਤਰ੍ਹਾਂ ਦੀ ਨੱਟ ਵਿੱਦਿਆ ਮਾਇਆ ਪ੍ਰਾਪਤੀ ਲਈ ਪਾ ਰਹੇ ਹਨ, ਕਿਉਂਕਿ ਜਦ ਮਾਇਆ ਪਾਉਣਗੇ ਤਾਂ ਮਾਇਆ ਦਾ ਪਦ ਚੜ੍ਹੇਗਾ। ਵਿਸ ਨਾ ਚੜ੍ਹਨੇ ਦਾ ਗਾੜੂ ਮੰਤਰ ਜੋ ਗੁਰੂ ਦੁਆਰੇ ਪ੍ਰਾਪਤ ਹੁੰਦਾ ਹੈ, ਭਗਵੰਤ ਦਾ ਨਾਮ ਹੈ, ਸੋ ਉਹਨਾਂ ਪਾਸ ਹੈ ਨਹੀਂ,
ਤਾਂ ਹੁਣ ਉਹਨਾਂ ਨੂੰ ਆਤਮ ਸੁੱਖ ਕਿੱਥੋਂ ਮਿਲ ਪਵੇਗਾ। ਤਾਂ ਤੇ ਭਗਤ ਜਨੋ, ਪਰਮੇਸ਼ਰ ਦੇ ਥਾਪੇ ਪੂਰਨ ਗੁਰੂ ਦੀ ਭਗਤੀ ਬਿਨਾਂ ਸੁੱਖ ਨਹੀਂ ਹੋ ਸਕਦੀ, ਕਿਉਂਕਿ ਪੂਰਨ ਗੁਰੂ ਜਗਿਆਸੂ ਨੂੰ ਨੱਟ ਨਹੀਂ ਬਣਨ ਦਿੰਦਾ। ਉਹ ਸਾਂਗ ਉਤਾਰਨ ਦੀ ਤੇ ਨੱਚਣ ਟੱਪਣ ਦੀ ਜਾਚ ਨਹੀਂ ਦੱਸਦਾ, ਉਹ ਅਸਲੀ ਜੀਵਨ ਵਿੱਚ ਲੈ ਜਾਂਦਾ ਹੈ, ਕਿਉਂਕਿ ਉਹ ਦਿਲ ਨਾਲ, ਪ੍ਰੇਮ ਨਾਲ ਕਰਤਾਰ ਦੇ ਗੁਣ ਗਾਇਨ ਦੀ ਜਾਚ ਦੱਸਦਾ ਹੈ ਤੇ ਸਾਈਂ ਦੀ ਸੇਧ ਤੋਂ ਉੱਕਣ ਨਹੀਂ ਦਿੰਦਾ। ਭਗਤ ਜਨਾਂ ਦੇ ਜੋ ਬਾਹਰਲੇ ਚਿੰਨ ਤੇ ਆਤਮ ਭਾਵਨਾ ਤੋਂ ਬਿਨਾਂ ਕਰਤਾ ਪੁਰਖ ਦੀ ਮਨ ਵਿੱਚ ਸੇਧ ਬੰਨੇ ਦੇ ਕੇਵਲ ਦਿਖਾਵੇ ਮਾਤਰ ਭੇਖ ਤੇ ਸਾਧਨ ਹੋ ਰਹੇ ਸਨ, ਉਹਨਾਂ ਤੇ ਸਤਿਗੁਰੂ ਨੇ ਚਾਨਣਾ ਪਾ ਕੇ ਉਹਨਾਂ ਦਾ ਅਸਲੀ ਕੀਮਤ ਕੂਦ ਦਿਖਾ ਦਿੱਤੀ, ਤਾਂ ਉਹਨਾਂ ਦੇ ਹਿਰਦੇ ਵਿੱਚ ਪੁੜੀ ਕਿ ਸੱਚ ਫਰਮਾ ਰਹੇ ਹਨ। ਸਾਰੇ ਸਿਧਾਂਤ ਦੀ ਗੱਲ ਜਿਸ ਦੀ ਉਹਨਾਂ ਨੂੰ ਲੋੜ ਸੀ, ਸੁਣ ਕੇ ਉਹਨਾਂ ਦੀ ਬਿਰਤੀ ਵਾਦ ਵੱਲ ਨਾ ਪਈ, ਕਿਉਂ ਜੋ ਉਹ ਰਮਜ ਦੇ ਲੋੜਕੂ ਸਨ, ਜਿਸ ਦੇ ਖੁੱਲੇ ਬਿਨਾਂ ਉਹਨਾਂ ਦੇ ਸਾਧਨ ਮਨ ਦੀ ਪੀੜਾ ਹਰਨ ਦਾ ਅਸਰ ਉਹਨਾਂ 'ਤੇ ਪੈਦਾ ਨਹੀਂ ਸਨ ਕਰ ਰਹੇ। ਇਸ ਲਈ ਨਿੰਮੀ ਹੋ ਕੇ ਉਹਨਾਂ ਨੇ ਕਿਹਾ ਕਿ ਪੜ੍ਹਦੇ ਸੁਣਦੇ, ਗੀਤ ਰਾਗ ਨ੍ਰਿਤ ਕਰਦੇ, ਭੇਖ ਧਾਰ ਕੇ, ਘਰ-ਬਾਰ ਤੇ ਸੁੱਖ ਗਵਾਉਂਦੇ ਹੋਏ ਅਸੀਂ ਅੰਦਰੋਂ ਸੁਖੀ ਨਹੀਂ, ਇਸ ਦਾ ਮੂਲ ਕਾਰਨ ਕੀ ਹੈ। ਇਹ ਸੁਣ ਕੇ ਸ੍ਰੀ ਗੁਰੂ ਜੀ ਮੁਸਕਰਾਏ ਤੇ ਕਹਿਣ ਲੱਗੇ, ਭਾਈ ਜਨੋ, ਬਾਜ ਗੁਰੂ ਡੁੱਬਾ ਸੰਸਾਰ। ਆਸ਼ਰਮ ਵਿੱਚ ਕਿ ਤੀਰਥਾਂ ਤੇ ਘਰਾਂ ਵਿੱਚ ਕਿ ਮੰਡਲੀਆਂ ਵਿੱਚ ਪਰਮੇਸ਼ਰ ਨੂੰ ਜਾਣਨਹਾਰ ਰਸਤੇ ਪਾਉਣ ਵਾਲਾ ਨਹੀਂ ਹੈ। ਗੁਰੂ ਤਾਂ ਹਨ, ਖਬਰੇ ਚੇਲਿਆਂ ਕੋਲੋਂ ਬਹੁਤ ਹਨ, ਪਰ ਉਹ ਗੀਤ ਰਾਗ ਨ੍ਰਿਤ ਪੜ੍ਹਨਾ ਮਾਤਰ, ਬੁੱਧੀ ਨੂੰ ਸਾਣ ਚਾੜ ਕੇ ਗ੍ਰਹਿਣ ਬਿਰਤੀ ਵਿੱਚ ਚਾਤੁਰ ਕਰਨ ਵੱਲ, ਭੇਖ ਮਾਤਰ ਵੱਲ ਜਿਵੇਂ ਆਪ ਲੱਗ ਰਹੇ ਹਨ, ਚੇਲਿਆਂ ਨੂੰ ਲਾ ਰਹੇ ਹਨ। ਇਉਂ ਜਗਤ ਕੱਚੇ ਗੁਰੂਆਂ ਵਿੱਚ ਫਸ ਰਿਹਾ ਹੈ। ਬਿਨਾਂ ਸੱਚੇ ਗੁਰੂ ਸੋਚ ਦੀ ਸੋਝੀ ਨਹੀਂ ਪੈਂਦੀ। ਸੱਚੇ ਗੁਰੂ ਤੋਂ ਮੂੰਹ ਫੇਰਨ ਨਾਲ ਬੰਧਨ ਨਹੀਂ ਟੁੱਟਦੇ, ਬੰਧਨ ਨਾ ਟੁੱਟਣ ਕਰਕੇ ਆਵਾਗਮਨ ਨਹੀਂ ਮਿਟਦਾ। ਸੂਰ, ਕੁੱਤੇ, ਗੱਦੇ, ਬਿੱਲੇ, ਪਸ਼ੂਆਂ, ਮਲੇਛਾਂ, ਨੀਚਾਂ ਤੇ ਚੰਡਾਲਾਂ ਦੀਆਂ ਜੂਨਾਂ ਵਿੱਚ ਭਟਕਣਾ ਹੁੰਦੀਆਂ ਹਨ। ਜਿਵੇਂ ਸੂਰਜ ਤੋਂ ਲੁਕ ਬੈਠਿਆਂ ਠੇਡੇ ਖਾਈਦੇ ਹਨ, ਪਰ ਸੂਰਜ ਵਰਗੇ ਪ੍ਰਕਾਸ਼ ਵਾਲੇ ਸੂਰੇ ਗੁਰੂ ਦੇ ਨੇੜੇ ਹੋ ਕੇ ਉਸ ਦੀ ਸੋਭਤ ਤੇ ਸੇਵਾ ਨਾਲ ਨਾਮ ਪਦਾਰਥ ਲਚਦਾ ਹੈ, ਜੋ ਹਿਰਦੇ ਵਿੱਚ ਨਿਵਾਸ ਕਰ ਲੈਂਦਾ ਹੈ ਤੇ ਤਾਰਨ ਵਾਲੇ ਨੂੰ ਸਦਾ ਸੁਖੀ ਰੱਖਦਾ ਹੈ। ਜੀਵਨ ਵਿੱਚ ਸੁਖੀ ਰੱਖ ਕੇ ਜਦੋਂ ਉਹ ਜੀਵ ਪਰਲੋਕ ਨੂੰ ਜਾਂਦਾ ਹੈ, ਤਾਂ ਸੱਚੀ ਦਰਗਾਹ ਵਿੱਚ ਉਸ ਨੂੰ ਪੁੱਛ ਨਹੀਂ ਹੁੰਦੀ, ਉਹ ਆਦਰਿਆ ਜਾਂਦਾ ਹੈ, ਕਿਉਂਕਿ ਉਹ ਗੁਰੂ ਦੇ ਹੁਕਮ ਨੂੰ ਮੰਨ ਕੇ ਕਮਾਈ ਕਰਕੇ ਜਾਂਦਾ ਹੈ। ਸੋ ਦਰਗਾਹ ਵਿੱਚ ਜਾ ਕੇ ਕੈਸੇ ਲੋਕ ਪੂਰਨਤਾ, ਸਫਲਤਾ, ਕਲਿਆਣ ਪਾਉਂਦੇ ਹਨ। ਹੇ ਭਾਈ ਭਗਤ ਜਨੋ, ਜੋ ਸਤਿਗੁਰੂ ਨੂੰ ਮਿਲਦਾ ਹੈ, ਉਹ ਉਸ ਪਰਮੇਸ਼ਰ ਨੂੰ ਜਾਣ ਲੈਂਦਾ ਹੈ। ਸਤਿਗੁਰੂ ਦੀ ਅਗਵਾਨੀ ਵਿੱਚ ਉਹ ਹੁਕਮ ਦੀ ਪਛਾਣ ਸਿੱਖਦਾ ਹੈ। ਸੋ ਰਜ਼ਾ ਵਿੱਚ ਸਦਾ ਥਿਰ ਰਹਿ ਕੇ ਟੁਰਨ ਦੀ ਉਸ ਨੂੰ ਜਾਚ ਆਉਂਦੀ ਹੈ। ਹੁਕਮ ਪਛਾਣ ਲੈਣ ਨਾਲ ਤੇ ਪਛਾਣ ਕੇ ਰਜ਼ਾ ਵਿੱਚ ਟੁਰਨ ਨਾਲ ਉਸ ਦਾ ਜਿਉਂਦੇ ਜੀ ਸਾਈਂ ਦਰ ਵਿੱਚ ਵਾਸਾ ਹੋ ਜਾਂਦਾ ਹੈ, ਅਰਥਾਤ ਉਸ ਦਾ ਹਜ਼ੂਰੀ ਵਾਸਾ ਹੋ ਜਾਂਦਾ ਹੈ। ਜੋ ਜਿਉਂਦੇ ਜੀ ਹਜ਼ੂਰੀ ਵਾਸ ਸਿੱਖ ਲੈਂਦਾ ਹੈ, ਉਹ ਚੋਲਾ ਛੋੜ ਕੇ ਵੀ ਹਜ਼ੂਰੀ ਵਿੱਚ ਵਸਦਾ ਹੈ। ਇਉਂ ਜਦ ਸਾਈਂ ਦੇ ਦਰ ਵਿੱਚ ਵਾਸਾ ਪਾ ਜਾਂਦਾ ਹੈ, ਤਾਂ ਜਨਮ ਮਰਨ ਮਿਟ ਜਾਂਦਾ ਹੈ। ਜੋ ਅਸਾਂ ਕਿਹਾ ਸੀ ਕਿ ਸ਼ਬਦ ਬਿਨਾਂ ਮੈਲ ਨਹੀਂ ਉਤਰਦੀ, ਸੋ ਇਉਂ ਸ਼ਬਦ ਦੀ ਕਮਾਈ ਨਾਲ ਮੈਲ ਉਤਰਦੀ ਹੈ ਤੇ ਮਰਨ ਜੰਮਣ ਮਿਟ ਜਾਂਦੇ ਹਨ। ਤਦ ਉਹਨਾਂ ਭਗਤ ਜਨਾਂ ਵਿੱਚੋਂ ਇੱਕ ਨੇ, ਜੋ ਗ੍ਰਹਸਥੀ ਸੀ, ਪੁੱਛਿਆ, ਗੁਰੂ ਜੀ, ਆਪ ਨੇ ਸੱਚ ਕਿਹਾ ਹੈ ਤੇ ਸਾਡੀ ਨਿਸ਼ਾ ਹੋਈ ਹੈ। ਆਪ ਸੱਚੇ ਗੁਰੂ ਹੋ, ਆਪ ਦੀ ਓਟ ਤੇ ਤਾਣ ਸਹਾਈ ਹੈ, ਪਰ ਹੇ ਦਾਤਾ ਗੁਰੂ, ਇਹ ਰਹਿ ਤਾਂ ਅਤੀਤ ਦੀ ਹੋਈ ਨਾ ਕਿ ਜੋ ਭੇਖਧਾਰੀ ਹੈ, ਸੋ ਨਿਰੰਕਾਰ ਦੀ ਗੁਰ ਸ਼ਬਦ ਦੁਆਰਾ ਆਰਾਧਨਾ ਕਰੇ। ਉਸਨੇ ਪਦਾਰਥ ਤਾਂ ਤਿਆਗੇ ਹੋਏ ਹਨ, ਉਹਨਾਂ ਦਾ ਮੋਹ ਤਿਆਗਣਾ ਹੈ। ਸੋ ਉਸ ਦਾ ਕੰਮ ਥੋੜਾ ਸੌਖਾ ਹੈ, ਪਰ ਜੋ ਗ੍ਰਹਸਥ ਵਿੱਚ ਹੈ, ਜੇ ਉਹ ਭਗਤੀ ਕਰੇ ਤਾਂ ਪਦਾਰਥਾਂ ਨੂੰ ਕਿਵੇਂ ਸੁੱਟੇ। ਗ੍ਰਹਸਥ ਪਦਾਰਥ ਬਿਨਾਂ ਹੋ ਨਹੀਂ ਪਾਉਂਦਾ ਤੇ ਪਦਾਰਥ ਰੋਕੇ ਹੋਏ। ਆਪ ਦਾ ਮਾਰਗ ਗ੍ਰਹਸਥ ਦਾ ਹੈ, ਸੋ ਕਿਰਪਾ ਕਰਕੇ ਦੱਸੋ, ਜੋ ਗ੍ਰਹਸਥੀ ਪਰਮੇਸ਼ਰ ਦੇ ਸ਼ੌਂਕ ਵਾਲਾ ਪਦਾਰਥਾਂ ਨਾਲ ਗ੍ਰਹਿਣ ਤਿਆਗ ਕਿਸ ਪ੍ਰਕਾਰ ਕਰੇ। ਸ੍ਰੀ ਗੁਰੂ ਜੀ, ਭਾਈ, ਰਾਹ ਇੱਕੋ ਹੈ, ਦੋ ਨਹੀਂ। ਸ਼ਬਦ ਦੀ ਕਮਾਈ ਕਰਨੀ ਹੈ, ਦੁਰਮਤ ਨੂੰ ਕੱਟਣਾ ਹੈ, ਹੁਕਮ ਨੂੰ ਪਛਾਣਨਾ ਹੈ, ਰਜ਼ਾ ਤੇ ਟੁਰਨਾ ਹੈ। ਇਹ ਹੈ ਸਿੱਧਾ ਮਾਰਗ, ਨਾ ਦੱਸਦਾ ਭੁੱਲੇ ਨਾ ਟੁਰਦਾ ਭੁੱਲੇ। ਕਰਤਾ ਪੁਰਖ ਦੀ ਸੇਧ ਬਣ ਕੇ ਉਸ ਦੀ ਭਾਵਨਾ ਧਾਰ ਕੇ ਨੱਕ ਦੀ ਸੇਧੇ ਟੁਰਿਆ ਜਾਵੇ। ਗ੍ਰਹਸਤੀ ਕੇ ਅਤੀਤ ਜੋ ਕਰੇ ਸੋ ਸਿੱਜੇ। ਤੁਸਾਂ ਗ੍ਰਹਸਤੀ ਲਈ ਖਾਸ ਪੁੱਛਣਾ ਕੀਤੀ ਹੈ, ਸੋ ਇਸ ਦਾ ਉੱਤਰ ਇਹ ਹੈ ਕਿ ਗ੍ਰਹਸਥ ਵਿੱਚ ਰਹੇ। ਗ੍ਰਹਸਥ ਵਿੱਚ ਰਹਿ ਕੇ ਮਾਇਆ ਮੋਹ ਨਾਲ ਟਾਕਰੇ ਪੈਂਦੇ ਹਨ। ਪਾਪ ਪੁੰਨ ਦੇ ਸਮੇਂ ਗ੍ਰਹਸਤੀ ਅੱਗੇ ਵਿਸ਼ੇਸ਼ ਆਉਂਦੇ ਹਨ। ਗ੍ਰਹਸਥ ਅਖਾੜਾ ਹੈ, ਜਿਸ ਵਿੱਚ ਸੂਰਤ ਨੇ ਘੋਲ ਦੀ ਜਾਤ ਸਿੱਖਣੀ ਹੈ,
ਤੇ ਅੰਤ ਮਾਇਆਵੀ ਅੰਧਕਾਰ ਨੂੰ ਜਿੱਤ ਕੇ ਆਤਮ ਸੁੱਖ ਤੇ ਆਤਮ ਚਾਨਣੇ ਵਿੱਚ ਆਉਣਾ ਹੈ। ਇਸ ਲਈ ਗ੍ਰਸਥ ਵਿੱਚ ਉਦਾਸ ਮਾਰਗ ਅਸਾਂ ਟੋਰਿਆ ਹੈ। ਗ੍ਰਸਥੀ ਪਦਾਰਥਾਂ ਦੀ ਲੋੜ ਬਿਨਾਂ ਟੁਰ ਨਹੀਂ ਸਕਦਾ। ਪਦਾਰਥ ਇਕੱਠੇ ਕਰੇ ਪਰ ਧਰਮ ਕਿਰਤ ਨਾਲ ਹੱਕ ਨਾ ਹੱਕ ਦੀ ਪਛਾਣ ਸਿੱਖੇ। ਜੋ ਪ੍ਰਾਪਤ ਕਰੇ ਉਸ ਨਾਲ ਨਿਰਬਾਹ ਕਰੇ ਤੇ ਉਸ ਵਿੱਚੋਂ ਵੀ ਵੰਡ ਖਾਏ। ਗ੍ਰਸਥੀ ਹੋ ਕੇ ਅਤੀਤ ਇਉਂ ਰਹੇਗਾ ਕਿ ਇਸਤਰੀ ਪੁੱਤਰ ਪਦਾਰਥ ਕੁਟੁੰਬ ਮਿੱਤਰ ਜੋ ਕੁਝ ਉਸਦਾ ਹੈ ਉਹ ਨਿਰੰਕਾਰ ਦਾ ਸਮਝੇ। ਜਿਸ ਜਿਸ ਚੀਜ਼ ਨੂੰ ਉਹ ਮੇਰੀ ਕਹਿ ਸਕਦਾ ਹੈ ਉਸ ਨੂੰ ਮੇਰੀ ਨਾ ਜਾਣੇ ਕਰਤਾਰ ਦੀ ਜਾਣੇ। ਇੱਥੋਂ ਤਾਈਂ ਫਿਰ ਵਿਸ਼ਵਾਸ ਵਧਾਵੇ ਕਿ ਇਹ ਤਨ ਮਨ ਹੀ ਸਾਈਂ ਦੀ ਦਾਤ ਹਨ। ਤਨ ਮਨ ਦੇ ਸੰਬੰਧ ਵਾਲੇ ਸਾਰੇ ਸੱਜਣਾ ਤੇ ਪਦਾਰਥਾਂ ਵਿੱਚ ਮੇਰਾ ਕੀ ਹੈ ਤੇ ਮੈਂ ਕੌਣ ਹਾਂ ਸੋ ਉਸਦਾ ਉਸੇ ਨੂੰ ਸਮਰਪਣ ਹੈ। ਇਉਂ ਸਮਝ ਕੇ ਗ੍ਰਸਥ ਵਿੱਚ ਰਹਿਣ ਵਾਲਾ ਅਤੀਤ ਅਰਥਾਤ ਨਿਰਲੇਪ ਰਹਿੰਦਾ ਹੋਇਆ ਜਨਮ ਨੂੰ ਜਿੱਤ ਜਾਂਦਾ ਹੈ। ਉਹ ਐਸਾ ਪੁਰਖ ਪੂਰਨ ਪਦ ਨੂੰ ਅਪੜਦਾ ਹੈ ਕਿ ਸਦਾ ਸੱਚ ਵਿੱਚ ਸੱਚੇ ਵਾਹਿਗੁਰੂ ਦੇ ਸੱਤਿਅ ਸਰੂਪ ਵਿੱਚ ਸਮਾਇਆ ਰਹਿੰਦਾ ਹੈ। ਉਹ ਨਾ ਫਿਰ ਆਉਂਦਾ ਹੈ ਨਾ ਜਾਂਦਾ ਹੈ। ਇਹ ਜੋ ਸਭ ਕੁਝ ਸਾਈਂ ਦਾ ਕਰ ਜਾਣਨਾ ਹੈ ਇਹੀ ਗ੍ਰਸਥ ਦਾ ਤਿਆਗ ਹੈ। ਪਦਾਰਥਾਂ ਦਾ ਤਿਆਗ ਅਤੀਤ ਲੋਕ ਤਨ ਨਾਲ ਕਰਦੇ ਹਨ ਪਰ ਸੁਖੀ ਨਹੀਂ ਹੁੰਦੇ। ਮਨ ਕਰਕੇ ਤਿਆਗ ਕਰਨ ਨਾਲ ਅਤੀਤ ਹੋਈਦਾ ਹੈ। ਚਾਹੋ ਅਤੀਤ ਹੋਵੇ ਚਾਹੋ ਗ੍ਰਸਥੀ। ਭਗਤ ਜੀ ਇਹ ਜੋ ਆਪਣਾ ਘਰ ਨਹੀਂ ਜਾਣਨਾ ਪਦਾਰਥਾਂ ਨੂੰ ਕਿ ਕੁਟੰਬੀਆਂ ਨੂੰ ਇਸ ਦਾ ਕੋਈ ਨਮੂਨਾ ਜੋ ਸਮਝੇ ਪੈ ਜਾਵੇ। ਸ਼੍ਰੀ ਗੁਰੂ ਜੀ ਤੁਸੀਂ ਸਤਸੰਗੀ ਹੋ ਅਤੀਤਾਂ ਦੇ ਨਾਲ ਫਿਰਦੇ ਹੋ ਤੁਹਾਨੂੰ ਕਈ ਵੇਰ ਹੱਡ ਬੀਤੀ ਹੋਵੇਗੀ। ਜੇ ਕੋਈ ਅਤੀਤ ਸਾਧੂ ਕਿਸੇ ਨਵੀਂ ਨਗਰੀ ਜਾਵੇ ਤਾਂ ਉਹ ਪਹਿਲੇ ਦਿਨ ਉਸ ਨਗਰੀ ਵਿੱਚ ਉਪਰਿਆਂਦ ਵਿੱਚ ਹੁੰਦਾ ਹੈ। ਉਸ ਨੂੰ ਕੁਝ ਆਪਣਾ ਨਹੀਂ ਭਾਸਦਾ। ਜੇ ਉੱਥੇ ਰਹਿ ਪਵੇ ਤਾਂ ਚਾਹੋ ਉਹ ਅਤੀਤ ਹੈ ਸਨੇ ਸਨੇ ਕੋਈ ਆਪਣਤ ਅੰਦਰ ਪੈਦਾ ਹੋ ਜਾਂਦੀ ਹੈ। ਇਸੀ ਤਰ੍ਹਾਂ ਜਦ ਆਪਣੇ ਪਦਾਰਥਾਂ ਕੇ ਪੁਰਖਾਂ ਨੂੰ ਰੱਬ ਜੀ ਨੇ ਜਾਣ ਲਿਆ ਤਾਂ ਉਹਨਾਂ ਵਿੱਚ ਇੱਕ ਬੇਮਲੂ ਉਪਰਿਆਂਦ ਪ੍ਰਤੀਤ ਹੋ ਜਾਂਦੀ ਹੈ। ਉਹ ਉਪਰਿਆਂਦ ਜਦ ਉਹ ਸਾਈਂ ਦੇ ਸਮਝੀਦੇ ਹਨ ਤਾਂ ਦਿਲਗੀਰੀ ਦੇ ਰੰਗ ਦੀ ਨਹੀਂ ਹੁੰਦੀ। ਮੈਲ ਵਾਲੀ ਪਕੜ ਤੋਂ ਸਾਫ਼ ਹੋਣ ਕਰਕੇ ਸੁਖਦਾਈ ਲੱਗਦੀ ਹੈ ਤੇ ਵਰਤਾਰੇ ਵਿੱਚ ਇਉਂ ਆਉਂਦੀ ਹੈ ਕਿ ਉਹਨਾਂ ਤੋਂ ਸੁੱਖ ਲੈਣ ਦੀ ਯਾਚਨਾ ਘਟ ਘਟ ਕੇ ਹਟ ਜਾਂਦੀ ਹੈ ਤੇ ਸੁੱਖ ਦੇਣ ਦਾ ਮੱਧਮ ਚਾਉ ਅੰਦਰ ਪ੍ਰਵੇਸ਼ ਕਰ ਜਾਂਦਾ ਹੈ। ਉਹਨਾਂ ਵਿੱਚੋਂ ਕੋਈ ਬਿੰਸੇ ਜਾਂ ਕੋਈ ਸ਼ੈ ਖੁੱਸ ਜਾਵੇ ਤਾਂ ਪੀੜ ਦੀ ਝਰਨਾਟ ਨਹੀਂ ਪੈਂਦੀ ਜਾਂ ਮੱਧਮ ਜਹੀ ਰੋ ਲੰਘ ਕੇ ਦੂਰ ਹੋ ਜਾਂਦੀ ਹੈ। ਹੇ ਸਾਧ ਜਨੋ ਸਭ ਕੁਝ ਸਾਈਂ ਦਾ ਜਾਣਨ ਤੋਂ ਸਾਡਾ ਭਾਵ ਦਿਲਗੀਰੀ ਉਦਾਸੀ ਨਿੰਮੋ ਝਾਣੀ ਨਹੀਂ ਪਰ ਵਿਰਾਗ ਭਰਿਆ ਚਾਉ ਹੈ। ਜਿਵੇਂ ਹਰ ਜੀਵ ਲੈ ਕੇ ਖੁਸ਼ ਹੁੰਦਾ ਹੈ ਪਰ ਧੀ ਪੁੱਤ ਨੂੰ ਦੇ ਕੇ ਖੁਸ਼ੀ ਹੁੰਦਾ ਹੈ ਜਾਂ ਪਿਤਾ ਨੂੰ ਸਮਰਪਣ ਕਰਕੇ ਖੁਸ਼ ਹੁੰਦਾ ਹੈ। ਇਸ ਤਰ੍ਹਾਂ ਪਰਮ ਉੱਚੇ ਤੇ ਸੁੱਚੇ ਭਾਵ ਵਿੱਚ ਜਦ ਸਭ ਕੁਝ ਵਾਹਿਗੁਰੂ ਦਾ ਜਾਣ ਕੇ ਮਨ ਵਿੱਚ ਉਸ ਦਾ ਸਮਝੀਦਾ ਹੈ ਜਾਂ ਉਸ ਨੂੰ ਅਰਪਣ ਕਰੀਦਾ ਹੈ ਤਾਂ ਮਨ ਵਿੱਚ ਦੇਣ ਦਾ ਚਾਉ ਆਪਣੇ ਆਪੇ ਵਿੱਚ ਇੱਕ ਨਿਰਮਲ ਚਾਉ ਹੁੰਦਾ ਹੈ। ਨਾਲ ਅੰਦਰ ਨਾਮ ਹੁੰਦਾ ਹੈ। ਨਾਮ ਦਾ ਅਸਰ ਸਾਈਂ ਨਾਲ ਨਿਰੰਤਰ ਮੇਲ ਹੁੰਦਾ ਹੈ। ਸਾਈਂ ਦਾ ਰੂਪ ਆਨੰਦ ਹੈ ਸੋ ਆਨੰਦ ਸਰੂਪ ਨਾਲ ਮਿਲੇ ਰਿਹਾ ਤੇ ਉਸ ਨੂੰ ਸਭ ਕੁਝ ਸਮਰਪਣ ਦੇ ਭਾਵ ਵਿੱਚ ਰਿਹਾ ਜੀਵ ਆਨੰਦ ਵਿੱਚ ਰਹਿੰਦਾ ਹੈ। ਪੂਰੇ ਤੇ ਸੂਰੇ ਗੁਰੂ ਨਾਨਕ ਦੇਵ ਜੀ ਦਾ ਇਹ ਉਪਦੇਸ਼ ਸੁਣ ਕੇ ਉਹ ਸਾਰੇ ਭਗਤ ਗੁਰੂ ਕੇ ਸਿੱਖ ਹੋਏ। ਜਨਮ ਸਾਖੀ ਵਿੱਚ ਲਿਖਿਆ ਹੈ ਤਾਂ ਇਹ ਸੁਣकर ਉਹ ਭਗਤ ਜਨ ਸਭ ਸ੍ਰੀ ਗੁਰੂ ਜੀ ਕੀ ਚਰਨੀ ਆਏ ਲੱਗੇ ਅਤੇ ਆਖਿਓ ਨੇ ਹੇ ਗੁਰੂ ਜੀ ਤੁਮ ਧੰਨ ਹੋ ਅਤੇ ਧੰਨ ਆਪ ਦਾ ਦਰਸ਼ਨ ਹੈ। ਹੇ ਭਗਵਾਨ ਜੀ ਸਾਨੂੰ ਵੀ ਆਪਣੀ ਚਰਨੀ ਲਾਵੋ ਜੀ ਆਪ ਮਿਹਰਬਾਨੀ ਕਰਕੇ ਨਾਮ ਦੇਵੋ ਜੀ। ਤਾਂ ਸ੍ਰੀ ਗੁਰੂ ਜੀ ਨੇ ਕਿਹਾ ਸੁਣੋ ਪਰਮੇਸ਼ਰ ਜੀ ਦੇ ਪਿਆਰਿਓ ਤੁਸੀਂ ਵੀ ਸ੍ਰੀ ਵਾਹਿਗੁਰੂ ਜੀ ਦਾ ਸਿਮਰਨ ਕਰੋ ਤਾਂ तुम्हारा ਭਲਾ ਹੋਵੇਗਾ। ਤਾਂ ਉਹ ਭਗਤ ਸ੍ਰੀ ਗੁਰੂ ਜੀ ਕੇ ਸਿੱਖ हुए लगे सतनाम का जाप करन अंत को परम गति को प्राप्त होए। श्री गुरु बाबा जी ਉੱਥੋਂ ਚਲਦੇ ਰਹੇ। ਅਰਸ਼ੀ ਦਾਤੇ ਦੀ ਪੰਜਵੀਂ ਉਦਾਸੀ। ਸੂਚਨਾ ਪੁਰਾਤਨ ਜਨਮ ਸਾਖੀ ਨੇ ਪੰਜਵੀਂ ਉਦਾਸੀ ਦਾ ਸ਼ਿਰਨਾਮਾ ਦੇ ਕੇ ਕਿਸ ਦਿਸ਼ਾ ਦੀ ਇਹ ਹੈ ਪਤਾ ਨਹੀਂ ਦਿੱਤਾ। ਫਿਰ ਇਸ ਵਿੱਚ ਬਾਬੇ ਦਾ ਗੋਰਖ ਹਟੜੀ ਜਾਣਾ ਕੇਵਲ ਦੱਸਿਆ ਹੈ ਹੋਰ ਤੇ ਜਾਣਾ ਕਿਤੇ ਨਹੀਂ ਦੱਸਿਆ। ਗੋਰਖ ਹਟੜੀ ਤੇ ਸਿੱਧਾ ਨਾਲ ਬੈਸ ਤੇ ਰਾਮਕਲੀ ਵਾਲੀ ਸਿੱਧ ਗੋਸ਼ਟ ਦੱਸੀ ਪਰ ਭਾਈ ਗੁਰਦਾਸ ਜੀ ਕਰਤਾਰਪੁਰੋਂ ਉੱਠ ਕੇ ਅਚਲ ਬਟਾਲੇ ਜਾਣਾ ਦੱਸਦੇ ਹਨ ਤੇ ਅਚਲ ਵਿੱਚ ਰਾਮਕਲੀ ਵਾਲੀ ਸਿੱਧ ਗੋਸ਼ਟ ਹੋਈ ਦੱਸਦੇ ਹਨ। ਭਾਈ ਸਾਹਿਬ ਜੀ ਇਸ ਜਨਮ ਸਾਖੀ ਦੇ ਲੇਖਕ ਤੋਂ ਪੁਰਾਣੇ ਲੇਖਕ ਹਨ ਤੇ ਗੁਰੂ ਕੇ ਬਖਸ਼ੇ ਸਿੱਖ ਤੇ ਵਾਰ ਪ੍ਰਾਪਤ ਬਾਣੀ ਵਾਲੇ ਹਨ। ਇਸ ਕਰਕੇ ਉਹਨਾਂ ਦੀ ਲਿਖਤ ਪ੍ਰਮਾਣਿਕ ਹੈ। ਅਚਲ ਦੀ ਸਾਖੀ ਇਸ ਪ੍ਰਕਾਰ ਹੈ।
ਗੁਰੂ ਬਾਬਾ ਅਚਲ ਬਟਾਲੇ। ਅੰਮ੍ਰਿਤ ਵੇਲਾ ਹੈ, ਉਹ ਪੱਖੋਂ ਕੀ ਰੰਧਾਵਾ ਪਿੰਡ ਹੈ, ਉਹ ਗਲੀ ਹੈ, ਉਹ ਚੰਦ ਪਿਛਲੀ ਰਾਤ ਦਾ ਸਰਦ ਚਾਂਦਨੀ ਪਾ ਰਿਹਾ ਹੈ। ਉਹ ਨਾਥ ਹੈ ਜੋ ਪਹਿਲਾਂ ਅਨਾਥ ਸੀ ਤੇ ਹੁਣ ਸਨਾਥ ਹੈ। ਉਸੇ ਗਲੇ ਤੋਂ ਗਾ ਰਿਹਾ ਹੈ ਤੇ ਡਾਢੀ ਸੁਰੀਲੀ ਸੁਰ ਵਿੱਚ ਗਾ ਰਿਹਾ ਹੈ। ਸੁਣਨ ਵਾਲੇ ਸੁਣ ਰਹੇ ਹਨ। ਅਜੀਤਾ ਅੱਜ ਜਾਗ ਰਿਹਾ ਹੈ, ਆਵਾਜ਼ ਆਉਣ ਤੋਂ ਪਹਿਲੋਂ ਦਾ ਜਾਗਦਾ ਹੈ ਤੇ ਆਪਣੇ ਆਪ ਨੂੰ ਰਸ ਰੰਗ ਵੱਲ ਪਾ ਰਿਹਾ ਹੈ। ਜੁੜਿਆ ਬੈਠਾ ਹੈ ਆਪ ਵਿੱਚ ਤੇ ਰਸ ਲੈ ਰਿਹਾ ਹੈ ਆਪੇ ਦੇ ਸਾਈਂ ਦਾ। ਸਾਈਂ ਵੱਲ ਰੁਖ ਕਰਕੇ ਸਾਰੇ ਆਪੇ ਦਾ ਕਿ ਅਚਾਨਕ ਨਾਥ ਜੀ ਦੀ ਆਵਾਜ਼ ਸੁਣਾਈ ਦਿੱਤੀ। ਮਿੱਠੀ ਮਿੱਠੀ ਪਿਆਰੀ ਪਿਆਰੀ ਸੁਰ ਕੰਨੀ ਪਈ, ਸੁਖੀ ਹੋ ਗਿਆ। ਪਰ ਅੱਜ ਚੌਧਰਾਣੀ ਸੁੱਤੀ ਪਈ ਹੈ, ਨਾਥ ਦੀ ਸੱਦ ਕੰਨੀ ਪਈ ਤਾਂ ਜਾਗੀ। ਧੰਨ ਗੁਰੂ ਨਾਨਕ ਮੂੰਹੋਂ ਨਿਕਲਿਆ, ਧੰਨ ਕਰਤਾਰ ਅੰਮ੍ਰਿਤ ਵੇਲਾ ਹੋ ਗਿਆ। ਕਰਤਾਰ ਮੈਂ ਸੁੱਤੀ ਰਹੀ, ਗਾਫਲ ਮੈਂ, ਨਾਥ ਤੇਰਾ ਭਲਾ ਹੋਵੇ। ਤੂੰ ਆਪਣਾ ਸਵਾਦ ਇਸ ਵੇਲੇ ਵੰਡਦਾ ਫਿਰਦਾ ਹੈ, ਧੰਨ ਤੇਰਾ ਜਨਮ, ਉਪਕਾਰ ਇਹ ਹੈ। ਸਾਈਂ ਜੀਓ ਜਾਗਦੇ ਹੋ? ਅਜਿੱਤਾ ਹਾਂ ਚੌਧਰਾਣੀ ਜਾਗਦਾ ਹਾਂ ਗੁਰੂ ਮਿਹਰ ਨਾਲ। ਚੌਧਰਾਣੀ ਭਲਾ ਸਾਈਆਂ ਜੀਓ, ਨਾਥ ਕਿਉਂ ਨਹੀਂ ਇਸ ਵੇਲੇ ਕਿਤੇ ਸਮਾਧੀ ਲਾ ਕੇ ਬੈਠਦਾ? ਉਪਕਾਰ ਤਾਂ ਬੜਾ ਹੈ ਪਰ ਆਪਾ ਵੀ ਇਉਂ ਉਸ ਦਾ ਖਰਚੀਂਦਾ ਹੈ ਨਾ। ਅਜੀਤਾ ਮੈਂ ਪੁੱਛਿਆ ਸੀ, ਆਖਦਾ ਸੀ ਇਸ ਪਿੰਡ ਦਾ ਅੰਨ ਪਾਣੀ ਖਾਧਾ ਹੈ, ਇਸ ਦਾ ਭਲਾ ਕਰਨਾ ਹੈ। ਸਭ ਤੋਂ ਵੱਡਾ ਭਲਾ ਇਹ ਹੈ ਕਿ ਲੋਕੀ ਇਹ ਅੰਮ੍ਰਿਤ ਵੇਲਾ ਅਜਾਈ ਨਾ ਗੁਆਣ। ਹਾਂ ਕਹਿੰਦਾ ਸੀ ਧਰਮਸ਼ਾਲਾ ਜੇ ਬਣ ਜਾਵੇ ਤੇ ਅੰਮ੍ਰਿਤ ਵੇਲੇ ਕੀਰਤਨ ਟੁਰ ਪਵੇ ਤੇ ਕੀਰਤਨ ਦੇ ਵੇਲੇ ਧੌਂਸਾ ਖੜਕ ਜਾਵੇ ਤੇ ਸਭ ਲੋਕੀ ਜੋ ਗਾਫਲ ਨਹੀਂ ਰਹਿਣਾ ਚਾਹੁੰਦੇ, ਹਾਂ ਗੁਰੂ ਕੇ ਸਾਵਧਾਨ ਪਿਆਰੇ ਆ ਜੁੜਨ ਤਾਂ ਫਿਰ ਭਾਵੇਂ ਮੈਂ ਨਾ ਫਿਰਾਂ। ਹਾਲੇ ਤਾਂ ਕਹਿੰਦਾ ਹੈ ਸਾਰੇ ਪ੍ਰੇਮੀਆਂ ਨੂੰ ਜਗਾ ਕੇ ਪੀਰਮ ਰਸਾਂ ਦੇ ਅੰਮ੍ਰਿਤ ਵੇਲੇ ਦਾ ਢੰਡੋਰਾ ਦੇ ਕੇ ਫਿਰ ਆਪ ਜਾ ਕੇ ਰਸ ਮਾਣਨਾ ਹੈ, ਆਪ ਕਰਨਾ ਹੈ ਤੇ ਹੋਰਨਾਂ ਦੀ ਕਰਾਉਣਾ ਹੈ। ਚੌਧਰਾਣੀ ਡਾਢਾ ਭਲਾ ਹੈ। ਪਹਿਲਾਂ ਜਦੋਂ ਜੋਗੀ ਸੀ ਕੋਈ ਨਹੀਂ ਸਾਸੂ ਪਿਆਰ ਕਿ ਦਿਆ ਕਿ ਉਪਕਾਰ ਵਟੂਹੇ ਡਿੱਗਦੇ ਸਾਸੂ ਨੱਕੋ। ਧੰਨ ਗੁਰੂ ਨਾਨਕ ਕਿੱਡਾ ਪਿਆਰ ਪਾ ਦਿੰਦਾ ਹੈ ਕਿ ਕਰਨੀਆਂ ਵਾਲੇ ਵੀ ਪਏ ਉਪਕਾਰ ਕਰਦੇ ਹਨ। ਧੰਨ ਗੁਰੂ ਨਾਨਕ। ਇਸ ਤਰ੍ਹਾਂ ਆਖਦੀ ਚੌਧਰਾਣੀ ਉੱਠੀ, ਇਸ਼ਨਾਨ ਕੀਤਾ ਤੇ ਬਹਿ ਗਈ ਆਪੇ ਦੇ ਦੇਸ਼ ਵਿੱਚ ਟਿਕਣ ਲਈ। ਅੰਮ੍ਰਿਤ ਵੇਲਾ ਲੰਘ ਗਿਆ, ਦੇਹੋਂ ਚੜ੍ਹ ਆਇਆ। ਅਜੀਤਾ ਖੂਹ ਤੇ ਗਿਆ। ਅੱਗੇ ਨਾਥ ਜੀ ਬੈਠੇ ਸਨ। ਗੱਲਾਂ ਬਾਤਾਂ ਸਤਸੰਗ ਦੀਆਂ ਟੁਰ ਪਈਆਂ, ਜਿਨ੍ਹਾਂ ਵਿੱਚ ਅਜੀਤੇ ਨੂੰ ਪਤਾ ਲੱਗਾ ਕਿ ਗੁਰੂ ਬਾਬਾ ਜੀ ਬਾਹਰ ਹੋ ਕੇ ਥੋੜੇ ਦਿਨ ਫਿਰ ਕਰਤਾਰਪੁਰ ਆ ਗਏ ਹਨ। ਇਹ ਸੁਣ ਕੇ ਚਿੱਤ ਨੂੰ ਚੌਂਪ ਲੱਗ ਗਈ। ਘਰ ਆ ਕੇ ਸਲਾਹ ਕੀਤੀ ਤੇ ਅਜੀਤਾ ਕਰਤਾਰਪੁਰ ਆ ਪਹੁੰਚਿਆ। ਦਰਸ਼ਨ ਕਰਕੇ ਮਨ ਤ੍ਰਿਪਤਿਆ, ਸੇਵਾ ਕਰਕੇ ਠੰਡ ਪਈ ਤੇ ਅੰਦਰਲੇ ਰੰਗ ਨੇ ਹੋਰ ਉਲਾਰਾ ਖਾਧਾ। ਸਾਧ ਸੰਗਤ ਵਿੱਚ ਅਜੀਤਾ ਹੁਣ ਬੜਾ ਪ੍ਰੇਮੀ ਤੇ ਕਰਨੀ ਵਾਲਾ ਸਿੱਖ ਪ੍ਰਸਿੱਧ ਸੀ। ਸਾਰੇ ਉਸ ਦਾ ਸਨਮਾਨ ਕਰਦੇ ਸਨ, ਪਰ ਅਜੀਤਾ ਸਾਧ ਸੰਗਤ ਨੂੰ ਪਿਆਰ ਕਰਕੇ ਤੇ ਸੇਵਾ ਕਰਕੇ ਪ੍ਰਸੰਨ ਹੁੰਦਾ ਸੀ। ਕਰਤਾਰਪੁਰ ਵਿੱਚ ਸਤਸੰਗ ਦਾ ਬਾਗ ਲੈ ਲੈ ਕਰ ਰਿਹਾ ਸੀ। ਸਤਿਗੁਰੂ ਜੀ ਹੁਣ ਜਦ ਚੌਥੀ ਉਦਾਸੀ ਮੁਕਾ ਕੇ ਕਰਤਾਰਪੁਰ ਅਪੜੇ ਸਨ, ਤਦ ਬੜੀਆਂ ਖੁਸ਼ੀਆਂ ਹੋਈਆਂ ਸਨ। ਸੰਗਤਾਂ ਟੁੱਟ ਟੁੱਟ ਕੇ ਦੂਰ ਦੂਰ ਤੋਂ ਆਈਆਂ ਸਨ। ਸ੍ਰੀ ਗੁਰੂ ਜੀ ਨੇ ਜੋ ਫਕੀਰੀ ਬਾਣਾ ਧਾਰ ਕੇ ਪੱਛਮ ਨੂੰ ਗਏ ਸਨ ਲਾ ਦਿੱਤਾ ਸੀ। ਇਸ ਤੋਂ ਮਗਰੋਂ ਫੇਰ ਕੋਈ ਪਹਿਰਾਵਾ ਨਹੀਂ ਧਾਰਿਆ, ਜੋ ਹਿੰਦੂ ਮੁਸਲਮਾਨਾਂ ਨੂੰ ਰਾਹ ਪਾਉਣ ਵਾਸਤੇ ਅਚਰਜ ਘੋਤਕਾਂ ਵਾਲਾ ਧਾਰਿਆ ਕਰਦੇ ਸੀ। ਹੁਣ ਸਤਿਗੁਰੂ ਜੀ ਨੇ ਸਧਾਰਨ ਸਿੱਧੇ ਸੰਸਾਰੀ ਕੱਪੜੇ ਪਹਿਨੇ ਸੀ। ਇਸ ਘੋਤਕ ਦਾ ਇਹ ਅਰਥ ਸੀ ਕਿ ਫਕੀਰੀ ਭੇਖ ਧਾਰ ਕੇ ਉਤਾਰ ਦੇਣ ਦਾ ਭਰਮ ਵੀ ਟੁੱਟ ਜਾਵੇ। ਸੁਤੰਤਰ ਪੁਰਖ ਕੈਦ ਵਿੱਚ ਨਹੀਂ ਕਿ ਫਕੀਰੀ ਬਾਣੇ ਧਾਰ ਕੇ ਉਤਾਰ ਨਹੀਂ ਸਕਦਾ। ਭਾਈ ਗੁਰਦਾਸ ਜੀ ਇੰਜ ਲਿਖਦੇ ਹਨ, ਬਾਬਾ ਆਇਆ ਕਰਤਾਰਪੁਰ, ਭੇਖ ਉਦਾਸੀ ਸਗਲ ਉਤਾਰਾ। ਪਹਿਰ ਸੰਸਾਰੀ ਕੱਪੜੇ, ਮੰਜੀ ਬੈਠ ਕੀਆ ਅਵਤਾਰਾ। ਉਲਟੀ ਗੰਗ ਵਹਾਈ ਓਨ, ਗੁਰ ਅੰਗਦ ਸਿਰ ਉੱਪਰ ਧਾਰਾ। ਪੁੱਤਰੀ ਕੋਲ ਨਾ ਭਾਲਿਆ, ਮਨ ਖੋਟੇ ਆਕੀ ਨਸਿਆਰਾ। ਬਾਣੀ ਮੁਖੋ ਉਚਾਰੀਏ, ਹੁਏ ਰੁਸ਼ਨਾਈ ਮਿਟੇ ਅੰਧਿਆਰਾ। ਗਿਆਨ ਗੋਸ਼ਟ ਚਰਚਾ ਸਦਾ, ਅਨਹਦ ਸ਼ਬਦ ਉਠੇ ਤੁਨਿਆਰਾ। ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ। ਗੁਰਮੁਖ ਪਾਰ ਅਥਰਬਣ ਧਾਰਾ। ਕਰਤਾਰਪੁਰ ਵਿੱਚ ਹੁਣ ਖੇਤੀ ਸ਼ੁਰੂ ਕਰਵਾਈ। ਸਿੱਖ ਸੰਗਤਾਂ ਆਉਣ ਕੰਮ ਕਰਨ। ਉਹ ਕਿਰਤ ਦਾ ਉਪਜਿਆ ਅੰਨ ਲੰਗਰ ਵਿੱਚ ਵਰਤੀਵੇ। ਇਸ ਪ੍ਰਕਾਰ ਸੰਗਤਾਂ ਵਿੱਚ ਹੱਥ ਕਾਰ ਵੱਲ, ਦਿਲ ਕਰਤਾਰ ਵੱਲ, ਗ੍ਰਸਤ ਵਿੱਚ ਨਿਰਬਾਨ ਤੇ ਉੱਚੇ ਸੁੱਚੇ ਹੋਣਾ ਪ੍ਰਚਾਰ ਦਿੱਤਾ। ਇਹਨਾਂ ਦਿਨਾਂ ਵਿੱਚ ਪਤਾ ਲੱਗਾ ਕਿ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਆਇਆ ਹੈ, ਜਿੱਥੇ ਸਿੱਧ ਬਹੁਤ ਇਕੱਠੇ ਹੁੰਦੇ ਹਨ ਤੇ ਪੂਜਾ ਹੁੰਦੀ ਹੈ। ਪਰੰਤੂ ਇਕੱਠੇ ਹੋਏ ਯਾਤਰੂਆਂ ਨੂੰ ਪ੍ਰਬੁੱਧ ਕਰਨ ਦਾ
ਅਤੇ ਆਤਮ ਰਸਦਾਨ ਦਾ ਕੋਈ ਉਪਰਾਲਾ ਨਹੀਂ ਹੁੰਦਾ। ਮੇਲਾ ਇੱਕ ਖੇਲ ਤਮਾਸ਼ਾ ਰਹਿ ਗਿਆ ਹੈ। ਗੁਰੂ ਬਾਬੇ ਦਾ ਇੱਕ ਵਿਸ਼ੇਸ਼ ਤਰੀਕਾ ਇਹ ਵੀ ਸੀ ਕਿ ਦੀਨ ਦੇ ਆਗੂਆਂ ਤੇ ਪੂਜੇ ਜਾ ਰਹੇ ਲੋਕਾਂ ਨੂੰ ਸਿੱਧੇ ਰਸਤੇ ਪਾ ਦੇਣਾ, ਜਿਸ ਨਾਲ ਉਹਨਾਂ ਦੇ ਮਗਰ ਲੱਗੇ ਲੋਕਾਂ ਦਾ ਸੁੱਤੇ ਉਧਾਰ ਹੋ ਜਾਵੇ ਤੇ ਜੇ ਉਹ ਨਾ ਸੁਧਰਨ ਤਾਂ ਮੇਲੇ ਤੇ ਆਏ ਲੋਕਾਂ ਨੂੰ ਸੱਚ ਦੀ ਸੋਝੀ ਪੈ ਜਾਵੇ ਤੇ ਉਹਨਾਂ ਦਾ ਉਧਾਰ ਹੋ ਜਾਵੇ। ਇਹੋ ਜਿਹੇ ਅਨੇਕਾਂ ਕਾਰਨਾਂ ਕਰਕੇ ਗੁਰੂ ਬਾਬਾ ਜੀ ਨੇ ਅਚਲ ਜਾ ਕੇ ਸਤਨਾਮ ਦਾ ਛਤਰ ਝੁਲਾਉਣ ਦੀ ਠਾਣੀ ਤੇ ਕਰਤਾਰਪੁਰੋਂ ਕੂਚ ਕਰ ਦਿੱਤੀ। ਤਦੋਂ ਅਜੀਤਾ ਵੀ ਨਾਲ ਹੀ ਗਿਆ। ਜਦੋਂ ਅਚਲ ਪੁੱਜੇ ਤਾਂ ਸੰਝਾਂ ਪੈ ਗਈਆਂ ਸਨ। ਬੜੀ ਹਨੇਰੀ ਚੱਲੀ ਤੇ ਗੜਿਆਂ ਦਾ ਮੀਂਹ ਵਸਿਆ, ਜਿਸ ਨਾਲ ਅਨੇਕਾਂ ਪੰਛੀ ਮਰ ਗਏ। ਸ੍ਰੀ ਗੁਰੂ ਜੀ ਨੇ ਕੁਝ ਪੂਰਬ ਰੁਖ ਵੱਲ ਉੱਪਰਲੇ ਪਾਸੇ ਇੱਕ ਉਚੇਰੇ ਟਿਕਾਣੇ ਤੇ ਡੇਰਾ ਕੀਤਾ। ਦੂਸਰੇ ਦਿਨ ਮੇਲਾ ਭਰ ਕੇ ਲੱਗਾ। ਸਿੱਧਾਂ ਦੇ ਆਉਣ ਕਰਕੇ ਵੀ ਲੋਕੀ ਬਹੁਤ ਆਏ ਹੋਏ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਦੀ ਪ੍ਰਸਿੱਧੀ ਵੀ ਬਹੁਤ ਹੋ ਰਹੀ ਸੀ। ਜਦੋਂ ਇਹ ਗੱਲ ਧੁੰਮ ਗਈ ਕਿ ਗੁਰੂ ਜੀ ਮੇਲੇ ਤੇ ਆਏ ਹਨ ਤਾਂ ਸਾਰੀ ਲੁਕਾਈ ਦਰਸ਼ਨਾਂ ਨੂੰ ਟੁੱਟ ਕੇ ਉਹਨਾਂ ਪਾਸੇ ਨੂੰ ਆ ਗਈ। ਅੱਗੇ ਕੀਰਤਨ ਹੋ ਰਿਹਾ ਸੀ, ਸਤਿਗੁਰਾਂ ਦਾ ਦਿਵ ਦਰਸ਼ਨ ਹੁੰਦਾ ਸੀ, ਸਤਨਾਮ ਦੀ ਦਾਤ ਵਰਤਾਈ ਜਾ ਰਹੀ ਸੀ। ਘਰ ਵਿੱਚ ਬਹਿ ਕੇ ਪਰਮ ਪਦ ਨੂੰ ਅਪੜਨ ਦਾ ਉਪਦੇਸ਼ ਹੋ ਰਿਹਾ ਸੀ। ਗ੍ਰਸਤ ਵਿੱਚ ਉਦਾਸ ਤੇ ਨਵੇਂ ਮਾਰਗ ਦੀ ਰੋਹ ਰੀਤ ਚਲਾਈ ਜਾ ਰਹੀ ਸੀ। ਇਉਂ ਭੀੜ ਸਾਰੀ ਉੱਥੇ ਹੀ ਜੁੜ ਗਈ ਤੇ ਉੱਧਰ ਸਿੱਧਾਂ ਵੱਲ ਚਾਹ ਭਾਂ ਹੋ ਗਈ। ਸਿੱਧਾਂ ਨੇ ਆਪਣੀ ਮਾਨਤਾ ਦਾ ਤਰੀਕਾ ਇਹ ਰੱਖਿਆ ਹੋਇਆ ਸੀ ਕਿ ਲੋਕਾਂ ਦੇ ਦਿਲਾਂ ਤੇ ਆਪਣੀਆਂ ਕਰਾਮਾਤਾਂ ਦਾ ਸਿੱਕਾ ਜਮਾਇਆ ਹੋਇਆ ਸੀ ਤੇ ਇਹ ਡਰ ਹਰ ਦਿਲ ਤੇ ਬੈਠਾ ਰੱਖਿਆ ਸੀ ਕਿ ਜੇ ਸਿੱਧ ਗੁੱਸੇ ਹੋ ਗਏ ਤੇ ਸਰਾਪ ਦੇ ਬੈਠੇ ਤਾਂ ਘਰ ਘਾੜ ਤਬਾਹ ਹੋ ਜਾਂਦੇ ਹਨ। ਸੋ ਲੋਕਾਂ ਦੇ ਦਿਲਾਂ ਤੇ ਸਿੱਧਾਂ ਦਾ ਭੈ ਬੈਠ ਰਿਹਾ ਸੀ। ਕਿਸੇ ਨੂੰ ਕਿਸੇ ਸਿੱਧ ਨਾਲ ਪ੍ਰੇਮ ਹੁਲਾਸ ਭਰੀ ਭਾਵਨਾ ਨਹੀਂ ਸੀ ਹੁੰਦੀ। ਡਰਦੀ ਹਰ ਹਰ ਕਰਦੀ ਵਾਲੀ ਗੱਲ ਬਣੀ ਹੋਈ ਸੀ। ਸਾਰੇ ਭੇਦ ਦੇ ਮਾਰੇ ਮਿੰਨਤਾਂ ਕਰਦੇ ਸਨ। ਸ੍ਰੀ ਗੁਰੂ ਨਾਨਕ ਦੇਵ ਜੀ ਪ੍ਰੇਮ ਦਾ ਸੋਲਾ ਸੁਣਾ ਰਹੇ ਸੀ। ਉਹ ਵਾਹਿਗੁਰੂ ਜੀ ਨੂੰ ਪਿਆਰ ਦਾ ਰੂਪ ਦੱਸਦੇ ਸੀ। ਆਪ ਖਿੜ ਕੇ ਲੋਕਾਂ ਨੂੰ ਮਿਲਦੇ ਸੀ। ਵਰਾਂ ਸਰਾਪਾਂ ਦਾ ਲਾਲਚ ਤੇ ਭੈ ਹਟਾਉਂਦੇ ਸੀ ਤੇ ਆਖਦੇ ਸੀ, ਨਾਮ ਜਪੋ, ਸਾਈਂ ਨਾਲ ਜੁੜੋ, ਦਿਨ ਰਾਤ ਜਗਤ ਦੇ ਕੰਮਾਂ ਕਾਜਾਂ ਵਿੱਚ ਅੰਤਰਾਤਮੇ ਰੱਬ ਜੀ ਦੇ ਨਾਲ ਰਹੋ। ਨਾ ਡਰੋ, ਨਾ ਕਿਸੇ ਨੂੰ ਡਰਾਓ। ਹਾਂ, ਆਪਣੇ ਮਾਲਕ ਦਾ ਨਿਰਮਲ ਭੈ ਰੱਖੋ। ਇਹ ਭੈ ਦਿਲ ਨੂੰ ਖਾ ਜਾਣ ਵਾਲਾ ਸਹਿਮ ਨਹੀਂ ਹੁੰਦਾ। ਇਹ ਪਾਪਾਂ ਤੋਂ ਪਰੇ ਰੱਖਣ ਵਾਲਾ, ਨੂਰ ਦੇ ਨੇੜੇ ਤੇੜੇ ਲੈ ਜਾਣ ਵਾਲਾ ਪਿਆਰ ਨਾਲ ਤ੍ਰਿਬੁੜ ਭੈ ਹੁੰਦਾ ਹੈ। ਪ੍ਰੇਮ ਤਾਂ ਪਿਆਰ ਵੱਲ ਖਿੱਚਦਾ ਹੈ ਤੇ ਨਿਰਮਲ ਭੈ ਬਦੀਆਂ ਵੱਲੋਂ ਹੋੜਦਾ ਤੇ ਸਾਈਂ ਵੱਲ ਨੂੰ ਧਕੇਲਦਾ ਹੈ। ਇਹੋ ਭੈ ਤੇ ਭਾਵ ਮੇਲਦੇ ਹਨ। ਸਿੱਧਾਂ ਦਾ ਡਰ ਜਿੰਦ ਨੂੰ ਦਬਾਈ ਰੱਖਣ ਵਾਲਾ ਸਹਿਮ ਸੀ ਜੋ ਉਹਨਾਂ ਦੀਆਂ ਸਿੱਧੀਆਂ ਵਿੱਚ ਨਿਸ਼ਚਾ ਹੋਣ ਕਰਕੇ ਜੀਓ ਨੂੰ ਡੋਲਣੀ ਬੇੜੇ ਚਾੜ ਦਿੰਦਾ ਸੀ। ਇਸ ਤਰ੍ਹਾਂ ਲੋਕੀ ਡਰਦੇ ਤਾਂ ਸਨ ਪਰ ਬੇਮਲੂਮੇ ਅੱਕੇ ਵੀ ਪਏ ਸਨ। ਕੁਝ ਇਸੇ ਤਰ੍ਹਾਂ ਦਾ ਰਵੱਈਆ ਪੀਰਾਂ ਨੇ ਵੀ ਜਾਰੀ ਕਰ ਰੱਖਿਆ ਹੋਇਆ ਸੀ। ਪਰ ਗੁਰੂ ਕੇ ਪਿਆਰੇ ਆਏ ਪੁਰਖ ਨੂੰ ਜਗਤ ਦੀਆਂ ਲੋੜਾਂ ਤੋਂ ਉੱਚੇ ਉੱਠਣ ਦਾ ਉਪਦੇਸ਼ ਮਿਲਦਾ ਸੀ। ਜੀਵਨ ਦਾ ਉੱਚਾ ਖਿਆਲ ਤੇ ਉੱਚਾ ਜੀਵਨ ਦਾ ਵਰਤਾਓ ਸਿਖਾਇਆ ਜਾਂਦਾ ਸੀ ਅਤੇ ਜਗਿਆਸੂਆਂ ਨੂੰ ਅੰਤਰਾਤਮੇ ਕਿਸੇ ਲਿਵ ਵਿੱਚ ਜੁੜ ਜਾਣ ਦੇ ਰਸਤੇ ਪਾਇਆ ਜਾਂਦਾ ਸੀ। ਇਹ ਮਾਰਗ ਨਿਰਭਉ ਦੇ ਦੇਸ਼ ਅਪੜਨ ਦਾ ਸੀ। ਵਾਹਿਗੁਰੂ ਨੂੰ ਨਿਰਭਉ ਦੱਸ ਕੇ ਉਸ ਦੀ ਲਗਨ ਪਿਆਰ ਵਿੱਚ ਪਾ ਕੇ ਨਿਰਭਉ ਪਦ ਤੇ ਅਪੜਨ ਦਾ ਆਦਰਸ਼ ਅੱਖਾਂ ਅੱਗੇ ਰੱਖਿਆ ਜਾਂਦਾ ਸੀ। ਨਾਮ ਜਪਦਿਆਂ ਮਨ ਟਿਕਦਾ ਹੈ, ਟਿਕੇ ਮਨ ਵਿੱਚ ਤਾਕਤ ਆਉਂਦੀ ਹੈ। ਨਾਲ ਸਿਖਾਇਆ ਜਾਂਦਾ ਸੀ ਕਿ ਪੰਜਾਂ ਨੂੰ ਵਸ ਕਰਨਾ ਹੈ। ਮੰਦ ਕਰਨ ਲਈ ਸਰੀਰ ਦੀ ਵੀ ਤਾਕਤ ਨਹੀਂ ਵਰਤਣੀ, ਪਰ ਮਨ ਦੀ ਤਾਕਤ ਵਰਤਣੀ ਤਾਂ ਬਹੁਤ ਮਾੜੀ ਹੈ। ਤਾਕਤ ਸਦਾ ਭਲੇ ਲਈ ਵਰਤੀ ਦੀ ਹੈ। ਭਲੇ ਲਈ ਵਰਤਣ ਤੇ ਮਾੜੇ ਲਈ ਨਾ ਵਰਤਣ ਲਈ ਪੰਜਾਂ ਮਹਾਬਲੀਆਂ ਤੇ ਵਸੀਕਾਰ ਚਾਹੀਦਾ ਹੈ। ਇਹ ਵਸੀਕਾਰ ਸਾਈਂ ਦੇ ਭੋਗ ਤੇ ਭਾਵ ਨਾਲ ਮਿਲਦਾ ਹੈ। ਇਸ ਵਸੀਕਾਰ ਦੇ ਨਾਲ ਜਗਤ ਵੱਲ ਖਿਮਾ ਦੀ ਨਜ਼ਰ ਚਾਹੀਏ। ਹਰ ਕੋਈ ਦੁਖੀ ਹੈ, ਕਿਸੇ ਨਾ ਕਿਸੇ ਪ੍ਰਕਾਰ ਦਾ ਦੁੱਖ ਘਰ ਘਰ ਹੈ। ਜੀਵਾਂ ਪਰ ਦਇਆ ਕਰਨੀ ਚਾਹੀਏ, ਕ੍ਰੋਧ ਨਹੀਂ ਕਰਨਾ। ਸਾਰੇ ਭੁੱਲਣਹਾਰ ਹਨ, ਸਾਰੇ ਮਿਹਰ ਦੇ ਵਰਤਾਓ ਦੇ ਲੋੜਵੰਦ ਹਨ। ਗੁਰ ਸਿੱਖ ਗੁਰਮੁਖ ਕਦੇ ਸਰਾਪ ਨਾ ਦੇਵੇ। ਖਿਮਾ ਦੇ ਘਰ ਵਿੱਚ ਵਸੇ, ਆਪਣੀ ਮਾਨਸਿਕ ਸੱਤਿਆਂ ਨੂੰ ਨਾਮ ਜਪਣ ਵਿੱਚ ਲਾਵੇ, ਆਪ ਜਪੇ ਹੋਰਨਾਂ ਨੂੰ ਜਪਾਵੇ। ਇਹ ਮਾਰਗ ਲੋਕਾਂ ਨੂੰ ਪਿਆਰਾ ਲੱਗ ਰਿਹਾ ਸੀ। ਇੱਕ ਤਰ੍ਹਾਂ ਦੀ ਮਨ ਦੀ ਨਿਤਾਣੀ ਦਸ਼ਾ, ਗੁਲਾਮੀ ਤੋਂ ਛੁਟਕਾਰਾ ਮਿਲ ਕੇ ਆਪ ਉੱਚੇ ਸੁੱਚੇ ਤੇ ਸਾਈਂ ਦੇ ਨਾਮ ਪ੍ਰੇਮੀ ਬਣਨ ਦਾ ਸ਼ਬਦ ਸੋਹਿਲਾ ਕੰਨੀ ਪੈ ਰਿਹਾ ਸੀ। ਸੋ ਸੰਗਤਾਂ ਹੁਮ ਹੁਮਾ ਕੇ ਗੁਰੂ ਬਾਬੇ ਦੀ ਸ਼ਰਨ ਆਈਆਂ। ਸਿੱਧਾਂ ਨੇ ਹੁਣ ਗੁਰੂ ਜੀ ਨਾਲ ਟਾਕਰੇ ਦੀ ਗੱਲਬਾਤ ਸੋਚੀ। ਇਹਨਾਂ ਨੇ ਮਨ ਨੂੰ ਇਕਾਗਰ ਕਰਕੇ ਨਾਟਕਾਂ ਚੇਟਕਾਂ ਤਾਂ ਸਿੱਖੀਆਂ ਸਨ, ਪਰ ਮਨ ਨੂੰ ਮੈਲਾ ਤੋਂ ਧੋ ਕੇ ਕ੍ਰੋਧ ਆਦਿ ਮਹਾਬਲੀਆਂ ਤੋਂ ਸੁੱਧ ਨਹੀਂ ਕੀਤਾ ਹੋਇਆ ਸੀ।
ਸਾਰੇ ਇੱਕੋ ਜਿਹੇ ਨਹੀਂ ਹੁੰਦੇ। ਇਹਨਾਂ ਵਿੱਚ ਵੀ ਮੰਗਲਨਾਥ ਆਦਿ ਵਿਰਲੇ ਭਲੇ ਪੁਰਖ ਸਨ ਜੋ ਸਤਿਗੁਰੂ ਜੀ ਦੀ ਵਡਿਆਈ ਨੂੰ ਸਮਝਦੇ ਸਨ। ਉਹ ਸਿੱਧਾਂ ਨੂੰ ਰੋਕਣ ਲੱਗੇ ਕਿ ਉਹ ਅਵਤਾਰ ਗੁਰੂ ਹੈ, ਈਰਖਾ ਨਾ ਕਰੋ। ਇਹ ਕੋਈ ਗ੍ਰਸਤੀ ਸ਼ਹਿਰੀਆ ਨਹੀਂ ਕਿ ਭੈ ਖਾ ਕੇ ਨਿਉ ਜਾਏਗਾ। ਪਰ ਉਹਨਾਂ ਦੀ ਸਿੱਖਿਆ ਕਿਸੇ ਨਾ ਗੋਲੀ। ਆਪਣੀ ਇਕਾਗਰਤਾ ਨਾਲ ਪ੍ਰਾਪਤ ਹੋਏ ਬਲ ਨੂੰ ਮਨੋਵਾਸ਼ਨਾ ਦੀ ਪ੍ਰਾਪਤੀ ਵਾਸਤੇ ਵਰਤਣ ਦਾ ਉਹਨਾਂ ਦਾ ਸੁਭਾਅ ਹੋ ਰਿਹਾ ਸੀ। ਹਾਲਾਂਕਿ ਮਨ ਟਿਕਾਈ ਦਾ ਇਸ ਲਈ ਹੈ ਕਿ ਮਨੋਵਾਸ਼ਨਾ ਖਹਿ ਹੋਣ, ਮੰਦੇ ਸੰਕਲਪ ਦੂਰ ਹੋਣ ਤੇ ਮਨ ਨਿਰਮਲ ਤੇ ਇਕੱਠਾ ਹੋਵੇ ਤੇ ਇਹ ਨਿਰਮਲਤਾਈ ਤੇ ਸੱਤਿਆ ਮਨ ਨੂੰ ਉੱਚਿਆ ਲੈ ਜਾਵੇ। ਇਤਨਾ ਕਿ ਸਰਬ ਵਿਆਪੀ ਅਕਾਲ ਪੁਰਖ ਨਾਲ ਸੰਗਮ ਹੋ ਜਾਵੇ। ਸੋ ਪਹਿਲੀ ਗੱਲ ਸਿੱਧਾ ਨੇ ਇਹ ਕੀਤੀ ਕਿ ਕਿਸੇ ਤਰ੍ਹਾਂ ਹੋਰਨਾਂ ਨੂੰ ਗੁਰੂ ਕੇ ਗਲੇ ਪਾਸੇ ਹਾਸੋ ਹੀਣਾ ਕਰਕੇ ਮਾਨ ਘਟਾ ਦਈਏ। ਇੱਕ ਥਾਂ ਭਗਤੀਏ ਭਗਤ ਪਾ ਰਹੇ ਸਨ, ਲੋਕੀ ਦੇਖ ਰਹੇ ਸਨ। ਵਿਚਕਾਰ ਇੱਕ ਵੱਡਾ ਲੋਟਾ ਪਿਆ ਸੀ। ਜੋ ਕੋਈ ਖੁਸ਼ ਹੋ ਕੇ ਮਾਇਆ ਦਿੰਦਾ ਇਸ ਲੋਟੇ ਵਿੱਚ ਪਾਈ ਜਾਂਦੇ। ਸਿੱਧਾ ਨੇ ਇੱਥੇ ਆ ਕੇ ਆਪਣੇ ਕਿਸੇ ਬਲ ਨਾਲ ਲੋਟਾ ਛਿਪਾ ਦਿੱਤਾ। ਭਗਤੀਆਂ ਦੀ ਹੋਸ਼ ਆਪਣੇ ਗਾਉਣ ਵਜਾਉਣ ਤੋਂ ਨਿਕਲ ਕੇ ਲੋਟੇ ਦੇ ਦੁੱਖ ਵਿੱਚ ਪੈ ਗਈ। ਉਹਨਾਂ ਦਾ ਰਸ ਫਿੱਕਾ ਪੈ ਗਿਆ। ਲੋਕੀ ਵੀ ਉਦਾਸ ਹੋ ਗਏ। ਤਦ ਸਿੱਧਾ ਨੇ ਕਿਹਾ ਕਿ ਜੇ ਗੁਰੂ ਨਾਨਕ ਵਿੱਚ ਕੋਈ ਸੱਤਿਆ ਹੈ ਤਾਂ ਲੋਟਾ ਲੱਭ ਦੇਵੇ। ਭਾਈ ਗੁਰਦਾਸ, ਜੋ ਗੁਰੂ ਨਾਨਕ ਦੇਵ ਜੀ ਦੇ ਸਮੇਂ ਤੋਂ ਥੋੜਾ ਹੀ ਚਿਰ ਮਗਰੋਂ ਹੋਏ ਹਨ, ਲਿਖਦੇ ਹਨ ਕਿ ਬਾਬਾ ਜਾਣੀ ਜਾਨ ਪੁਰਖ ਕੱਢਿਆ ਲੋਟਾ ਜਹਾਂ ਲੁਕਾਈ, ਵੇਖ ਚਲਿਤ ਜੋਗੀ ਖੁਣਸਾਈ। ਅਰਥਾਤ ਸ਼੍ਰੀ ਗੁਰੂ ਜੀ ਨੇ ਜੋਗੀਆਂ ਦਾ ਲੁਕਾਇਆ ਲੋਟਾ ਪੈਦਾ ਕਰ ਦਿੱਤਾ। ਜੋਗੀਆਂ ਦੀ ਜਦ ਇਹ ਕਰਾਮਾਤ ਫਿੱਕੀ ਪੈ ਗਈ ਤਾਂ ਉਹਨਾਂ ਨੂੰ ਹੋਰ ਗੁੱਸਾ ਚੜ੍ਹ ਗਿਆ। ਫਿਰ ਭਾਈ ਸਾਹਿਬ ਜੀ ਲਿਖਦੇ ਹਨ, ਖਾਦੀ ਖੁਣਸ ਜੋਗੀਸਰਾ ਗੋਸ਼ਟ ਕਰਨ ਸਭੇ ਉਠਿਆਈ। ਜਿੱਥੇ ਗੁਰੂ ਜੀ ਬੈਠੇ ਸੀ, ਸਿੱਧ ਜੋਗੀ ਖੁਣਸ ਖਾ ਕੇ ਚਰਚਾ ਕਰਨ ਉੱਥੇ ਆ ਗਏ। ਹੁਣ ਉਹਨਾਂ ਨੇ ਗੁਰੂ ਜੀ ਨੂੰ ਤਾਨੇ ਮੇਣਿਆਂ ਨਾਲ ਲੋਕਾਂ ਵਿੱਚ ਲੱਜਿਆਮਾਨ ਕਰਨ ਦੀ ਜੁਗਤ ਸੋਚੀ। ਪਹਿਲੋਂ ਆਉਂਦੇ ਸਾਰ ਜਦ ਆਸਣ ਲਾ ਕੇ ਬੈਠ ਗਏ ਤਾਂ ਪ੍ਰਸ਼ਨ ਕੀਤਾ ਕਿ ਅਤੀਤ ਅਵਸਥਾ ਧਾਰਨ ਕਰਕੇ ਫਿਰ ਸੰਸਾਰੀ ਰੀਤੀ ਕਿਉਂ ਟੋਰੀ। ਗੁਰੂ ਬਾਬੇ ਨੇ ਉੱਤਰ ਦਿੱਤਾ ਕਿ ਤੁਸੀਂ ਗ੍ਰਸਤੀਆਂ ਦੇ ਘਰ ਜੰਮ ਕੇ ਪਲ ਕੇ ਫਿਰ ਗ੍ਰਸਤ ਦਾ ਤਿਆਗ ਕਰਕੇ ਮੁੜ ਆਟਾ ਮੰਗਣ ਉਹਨਾਂ ਦੇ ਘਰੀ ਕਿਉਂ ਜਾਂਦੇ ਹੋ। ਸਿੱਧੀਆਂ ਤੇ ਪੀਰੀਆਂ ਦਾ ਭੈ ਦੇ ਕੇ ਉਹਨਾਂ ਤੋਂ ਮੰਨਤਾਂ ਕਿਉਂ ਕਰਵਾਉਂਦੇ ਹੋ। ਭਾਵ ਇਹ ਸੀ ਕਿ ਤੁਸੀਂ ਅਤੀਤ ਹੋ ਕੇ ਗ੍ਰਸਤੀਆਂ ਤੋਂ ਅਤੀਤ ਨਹੀਂ ਹੋਏ, ਕਿਉਂਕਿ ਜੇ ਜ਼ਿਮੀਦਾਰ ਹਲ ਵਾਹੇ ਨਾ, ਬੀਜੇ ਵੱਡੇ ਗਾਹੇ ਨਾ, ਜੇ ਖਰਾਸ ਵਾਲਾ ਪੀਹੇ ਨਾ, ਤਾਂ ਅਤੀਤ ਭੇਟ ਭਰ ਆਟਾ ਕਿੱਥੋਂ ਲਵੇ। ਸਭ ਅਤੀਤ ਗ੍ਰਸਤ ਮਾਰਗ ਦੇ ਭਾਈਚਾਰਕ ਪ੍ਰਬੰਧ ਦੇ ਮੁਹਤਾਜ ਹਨ। ਫਿਰ ਗ੍ਰਸਤੀਆਂ ਤੋਂ ਨਫ਼ਰਤ ਕਰਨੀ, ਉਹਨਾਂ ਨੂੰ ਨੀਵੇਂ ਬਣਾਉਣਾ, ਫਿਰ ਉਹਨਾਂ ਨੂੰ ਵਰਾਂ ਸਰਾਪਾਂ ਦਾ ਭੈ ਦੇ ਕੇ ਮੁੱਛਣਾ ਤੇ ਖਾਣਾ, ਇਹ ਕਿੱਧਰ ਦੀ ਅਤੀਤਤਾਈ ਹੈ। ਗੁਰੂ ਬਾਬੇ ਨੇ ਤਾਂ ਕਦੇ ਭੇਖ ਧਾਰਨ ਵਾਲਿਆਂ ਵਾਂਗੂ ਨਹੀਂ ਸੀ ਧਾਰਿਆ। ਕਦੇ ਕੋਈ ਭੇਖ, ਕਦੇ ਕੋਈ, ਕਦੇ ਹਿੰਦੂਆਂ ਸੰਨਿਆਸੀਆਂ ਆਦਿਕਾਂ ਦਾ, ਕਦੇ ਮੁਸਲਮਾਨਾਂ ਕਲੰਦਰਾਂ ਫਕੀਰਾਂ ਆਦਿਕਾਂ ਦਾ, ਤੇ ਕਦੇ ਦੋਏ ਰਲਵੇ, ਜਿਸ ਦੇ ਅਰਥ ਇਹ ਸਨ ਕਿ ਆਪ ਕਿਸੇ ਹੀ ਫਕੀਰੀ ਭੇਖ ਵਿੱਚ ਨਹੀਂ ਹਨ, ਸੁਤੰਤਰ ਅਗੰਮੀ ਮੌਜ ਵਿੱਚ ਸਨ। ਸਾਰੇ ਭੇਖ ਧਾਰਨੇ, ਰਲਾਉਣੇ, ਨਿਰਵਾਰਨੇ ਇਹ ਅਭੇਖ ਹੋਣ ਤੁੱਲ ਹੈ। ਆਪ ਸੁਤੰਤਰ ਸੇ ਜੋ ਖੇਡ ਚਾਹੀ ਵਰਤਾ ਲਈ। ਜਦ ਜੋਗੀ ਇਸ ਗੱਲੋਂ ਨਿਰੁੱਤਰ ਹੋ ਗਏ ਤਾਂ ਜੋਗੀ ਰੋਹ ਵਿੱਚ ਭਰ ਗਏ ਤੇ ਲੱਗੇ ਹੁਣ ਤੀਸਰੀ ਚਾਲ ਚੱਲਣ, ਅਰਥਾਤ ਨਾਟਕਾਂ ਚੇਟਕਾਂ ਨਾਲ ਗੁਰੂ ਜੀ ਨੂੰ ਤੇ ਲੋਕਾਂ ਨੂੰ ਡਰਾਉਣ ਲੱਗੇ। ਸਿੱਧਾਂ ਦੇ ਇਸ ਵੇਲੇ ਦੇ ਘੋਤਕਾਂ ਦੇ ਵਿਸਥਾਰ ਨਾਲ ਹਾਲ ਸ੍ਰੀ ਗੁਰੂ ਪ੍ਰਤਾਪ ਦੇ ਹੋਰਨਾਂ ਗ੍ਰੰਥਾਂ ਵਿੱਚ ਦਿੱਤੇ ਹਨ। ਜਿਸ ਵੇਲੇ ਇਸ ਤਰ੍ਹਾਂ ਦੇ ਭੈ ਭੀਤ ਕਰਨ ਵਾਲੇ ਸੁਅਬਦੇ ਸਿੱਧਾਂ ਕਰਨੇ ਆਰੰਭ ਕੀਤੇ ਤਾਂ ਗੁਰੂ ਜੀ ਨੇ ਤਾਂ ਕੀ ਭੈ ਖਾਣਾ ਸੀ, ਪਰ ਲੋਕੀ ਡਰ ਨਾਲ ਕੰਬਣ ਲੱਗ ਪਏ। ਉਸ ਵੇਲੇ ਨਿਰਭੈ ਸਤਿਗੁਰੂ ਨੇ ਗਰਜ ਕੇ ਕਹਿ ਦਿੱਤਾ ਕਿ ਪਿਆਰਿਓ, ਰੱਤਾ ਨਾ ਡਰੋ, ਧੀਰਜ ਧਾਰੋ, ਇਹ ਸਭ ਮਾਇਆ ਜਾਲ ਹੈ। ਫਿਰ ਗੁਰੂ ਜੀ ਨੇ ਕਿਹਾ, ਅਜੀਤਿਆ ਉੱਠ, ਸਭ ਲੋਕਾਂ ਦੇ ਗਿਰਦੇ ਕਾਰ ਕੱਢ ਦੇ। ਇੱਕ ਲੀਕ ਵਾ ਦੇ, ਇਸ ਲੀਕ ਦੇ ਅੰਦਰ ਸਿੱਧਾਂ ਦੇ ਸਿੰਘ ਬਾਗ ਸੱਪ ਟੁੱਟੇ ਤਾਰੇ ਕੁਛ ਨਹੀਂ ਪਏਗਾ। ਉੱਠ ਬੱਚਾ, ਵਾਹਿਗੁਰੂ ਮੁਖੋਂ ਉਚਾਰੀ ਜਾ ਤੇ ਕਾਰ ਕੱਢੀ ਜਾ। ਯਥਾ ਉੱਠ ਕੇ ਕਰ ਦੇ ਕਾਰ, ਤੂੰ ਵਾਹਿਗੁਰੂ ਮੁਖ ਟੋਰ। ਅਜੀਤੇ ਵਿੱਚ ਸਤਿਗੁਰਾਂ ਨੇ ਪਹਿਲਾਂ ਹੀ ਕਣੀ ਪਾ ਦਿੱਤੀ ਹੋਈ ਸੀ ਤੇ ਇਸ ਵੇਲੇ ਸਤਿਗੁਰੂ ਨੇ ਆਪਣੀ ਬਖਸ਼ਿਸ਼ ਨਾਲ ਉਸ ਵਿੱਚ ਸੱਤਿਆ ਹੋਰ ਭਰੀ ਸੀ। ਅਜੀਤਾ ਉੱਠਿਆ, ਵਾਹਿਗੁਰੂ ਕਹਿੰਦਿਆਂ ਕਾਰ ਕੱਢੀ। ਉਹ ਸਾਰੇ ਨਿਰਭੈ ਹੋ ਗਏ, ਪਰ ਤਾਕਤ ਹੁਣ ਜੋ ਭਰੀ ਗਈ ਸੀ ਅਜੀਤੇ ਲਈ ਬਾਵਜੂਦ ਕਰਨੀ ਵਾਲਾ ਹੋਣ ਦੇ ਅਜਰ ਸੀ। ਉਛਲ ਰਿਹਾ ਸੀ ਤੇ ਨਾਲ ਹੀ ਆਪਣੇ ਗੁਰੂ ਵੱਲੇ ਜੋ ਸਿੱਧ ਗੁਸਤਾਖੀ ਕਰ ਰਹੇ ਸੀ। ਅਣਖ ਖਾਧਿਓ ਸੂ ਕਿ ਲੋਕਾਂ ਦੀ ਪ੍ਰਤੀਤ ਸਤਿਗੁਰੂ ਤੋਂ ਨਾ ਹਿੱਲ ਸਈ, ਜੇ ਮੈਂ ਕਰਾਂ ਮਾਂ ਦਿਖਾਈ ਤਾਂ। ਸੋ ਤਲਾਅ ਵਿੱਚ ਜਾ ਵੜਿਆ, ਚਾਦਰ ਪਾਣੀ ਤੇ ਵਿਛਾ ਕੇ ਉੱਤੇ ਬਹਿ ਗਿਆ, ਜਿਵੇਂ ਕੋਈ ਤਖਤੇ ਤੇ ਬਹਿੰਦਾ ਹੈ।
ਪਹਿਲੇ ਦਿਨ ਜੋ ਗੜਿਆਂ ਨਾਲ ਮਰੇ ਪੰਛੀ ਤਲਾਬ ਵਿੱਚ ਪੁੱਠੇ ਪਏ ਤਰਦੇ ਸੀ, ਅਜੀਤੇ ਨੇ ਇਹਨਾਂ ਨੂੰ ਫੜ ਫੜ ਕੇ ਉਡਾਉਣਾ ਸ਼ੁਰੂ ਕਰ ਦਿੱਤਾ। ਲੋਕੀ ਇਹ ਕਰਾਮਾਤ ਵੇਖ ਕੇ ਹੈਰਾਨ ਹੋ ਗਏ ਕਿ ਗੁਰੂ ਕੇ ਸਿੱਖਾਂ ਵਿੱਚ ਇੰਨੀ ਸੱਤਿਆ ਹੈ। ਉਧਰ ਲਿਖਿਆ ਹੈ ਕਿ ਗੁਰੂ ਜੀ ਤੱਤਾਂ ਨਾਲ ਇੱਕ ਸਵਰ ਹੋ ਰਹੇ ਸਨ। ਸਿੱਧਾਂ ਨੇ ਬਥੇਰਾ ਜ਼ੋਰ ਲਾਇਆ, ਨਾ ਗੁਰੂ ਜੀ ਡਰੇ, ਨਾ ਲੁਕਾਈ ਪੈ ਭੀਤ ਹੋਈ। ਸਿੱਧ ਸਾਰਾ ਬਲ ਲਾ ਚੁੱਕੇ ਸਨ, ਹੁਣ ਹਾਰੇ ਤੇ ਥੱਕੇ। ਬਹੁਤ ਸ਼ਰਮ ਆਈ ਵਿਚਾਰਿਓ ਨੇ ਕਿ ਸਾਰੇ ਤਰਲੇ ਬਿਰਥੇ ਗਏ ਹਨ। ਦੇਖੋ, ਪਹਿਲਾਂ ਸਿੱਧਾਂ ਨੇ ਲੋਟਾ ਲੁਕਾ ਕੇ ਲੋਕਾਂ ਨੂੰ ਗੁਰੂ ਜੀ ਦੇ ਗਲੇ ਪਾ ਕੇ ਆਪਣੀ ਜਿੱਤ ਕਰਨੀ ਚਾਹੀ ਸੀ, ਉਸ ਵਿੱਚ ਹਾਰੇ। ਫਿਰ ਆ ਕੇ ਮਿਹਣੇ ਦੇ ਕੇ ਸ਼ਰਮਿੰਦਾ ਕਰਕੇ ਜਿੱਤ ਜਾਣ ਦੀ ਠਾਣੀ ਸੀ, ਪਰ ਸਤਿਗੁਰੂ ਜੀ ਦੇ ਜਵਾਬ ਅੱਗੇ ਆਪ ਹੀ ਸ਼ਰਮਿੰਦੇ ਹੋ ਗਏ। ਤੀਸਰੀ ਅਮਲੀ ਖੇਲ ਨਾਟਕਾਂ ਚੇਟਕਾਂ ਦੀ ਦਿਖਾ ਕੇ ਗੁਰੂ ਜੀ ਤੇ ਲੋਕਾਂ ਨੂੰ ਡਰਾ ਕੇ ਜਿੱਤ ਪਾਉਣੀ ਚਾਹੀ ਸੀ, ਉਸ ਵਿੱਚ ਵੀ ਹਾਰ ਹੋਈ। ਹੁਣ ਆ ਬੈਠੇ ਦੋ ਗੱਲਾਂ ਲੈ ਕੇ, ਇੱਕ ਤਾਂ ਇਹ ਕਿ ਕਰਾਮਾਤ ਮੰਗਾਂਗੇ, ਦੂਸਰੇ ਇਹ ਕਿ ਸ਼ਾਸਤਰੀ ਬਹਿਸ ਕਰਾਂਗੇ। ਸਾਖੀ ਦਾ ਬਾਕੀ ਹਿੱਸਾ ਅਗਲੇ ਭਾਗ ਵਿੱਚ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।